माघ मजन संग साधुआ तूड़ी कर स्नान। माघ मजन संग साधुआ तूड़ी कर स्नान। ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। 12 ਮਾਹਾਂ ਦੇ ਵਿੱਚੋਂ ਮਾਘ ਦਾ ਮਹੀਨਾ ਲਿਆ ਜਾਂਦਾ ਹੈ, ਕਿਉਂਕਿ ਬਾਣੀ ਤਾਂ ਅਸੀਂ ਸਾਰੇ ਹੀ ਪੜ੍ਹਦੇ ਹਾਂ। ਆਪਣੇ ਆਪ ਨੂੰ ਅਸੀਂ ਸਾਰੇ ਹੀ ਗੁਰਮਤਿ ਦੇ ਉੱਤੇ ਚੱਲਣ ਦਾ ਦਾਅਵਾ ਵੀ ਕਰਦੇ ਹਾਂ ਵੀ ਅਸੀਂ ਸਾਰੇ ਗੁਰੂ ਮਤ ਦੇ ਉੱਤੇ ਚੱਲਦੇ ਹਾਂ। ਲੇਕਿਨ ਸੰਤਾਂ ਮਹਾਤਮਾ ਨੇ ਜਿਹੜੀ ਗੁਰਮਤਿ ਬਿਆਨ ਕੀਤੀ ਹੈ ਉਸ ਦੇ ਉੱਪਰ ਅਸੀਂ ਠੰਡੇ ਦਿਲ ਨਾਲ ਸੋਚਣਾ ਹੈ ਕਿ ਅਸੀਂ ਚੱਲਦੇ ਹਾਂ ਜਾਂ ਨਹੀਂ ਚੱਲਦੇ। ਸਾਨੂੰ ਪਤਾ ਹੀ ਹੈ ਕਿ ਮੁਸਲਮਾਨ ਨਮਾਜ਼ ਪੜ੍ਹਨਾ, ਮਸੀਤੇ ਜਾਣਾ, ਸਾਲ ਵਿੱਚ 30 ਦਿਨ ਰੋਜ਼ੇ ਰੱਖਣੇ। ਸਾਊਦੀ ਅਰਬ ਦੇ ਵਿੱਚ ਜਿੱਥੇ ਕਿ ਮੁਹੰਮਦ ਸਾਹਿਬ ਦਾ ਜਨਮ ਦਿਨ ਹੋਇਆ ਸੀ, ਉਸ ਜਗ੍ਹਾ ਦੀ ਯਾਤਰਾ ਕਰਨਾ ਹੀ ਗੁਰਮਤਿ ਸਮਝਦੇ ਹੈ। ਇਸੇ ਤਰ੍ਹਾਂ ਅਸੀਂ ਸਿੱਖ 5 ਕੱਕਿਆਂ ਦਾ ਪਾਲਣ ਕਰਨਾ, ਕੜਾ, ਕੱਛ, ਕਿਰਪਾਨ, ਕੰਘਾ ਔਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ, ਤੀਰਥਾਂ ਤੇ ਜਾਣਾ, ਇਸੇ ਨੂੰ ਹੀ ਅਸੀਂ ਗੁਰਮਤਿ ਸਮਝਦੇ ਹਾਂ। ਇਸੇ ਤਰ੍ਹਾਂ ਹਿੰਦੂ ਲੋਕ ਖਾਸ ਕਰਕੇ ਅੱਜ ਦੇ ਮਹੀਨੇ ਮਾਘ ਦੇ ਅੰਦਰ ਦਰਿਆਵਾਂ 'ਚ, ਨਹਿਰਾਂ 'ਚ, ਜੋ ਵੀ ਕਿਸੇ ਦੇ ਨਜ਼ਦੀਕ ਲੱਗਦੇ ਹੈ ਉਹਦੇ ਵਿੱਚ ਨਹਾਉਣਾ, ਗਾਇਤਰੀ ਪਾਠ ਕਰਨਾ, ਜਗ ਕਰਨਾ ਜਾਂ ਕਰਾਉਣਾ, ਮੰਦਰਾਂ ਵਿੱਚ ਜਾਣਾ, ਧੋਤੀ, ਟਿੱਕਾ, ਜੰਝੂ ਪਾਉਣਾ, ਇਸੇ ਨੂੰ ਹੀ ਗੁਰਮਤਿ ਸਮਝਦੇ ਹੈ। ਲੇਕਿਨ ਬੜੇ ਠੰਡੇ ਦਿਲ ਨਾਲ ਸੋਚਣ ਦੀ ਗੱਲ ਹੈ ਕਿ ਗੁਰਮਤਿ ਕੀ ਚੀਜ਼ ਹੈ। ਆਇਆ ਕਿ ਗੁਰੂ ਸਾਹਿਬਾਨਾਂ ਦਾ ਜਾਂ ਰਿਖੀਆਂ ਮੁਨੀਆਂ, ਪੀਰਾਂ ਪਕੰਬਰਾਂ ਦਾ ਇਹੀ ਮਕਸਦ ਸੀਗਾ। ਉਹਨਾਂ ਦੀ ਲੇਖਨੀਆਂ ਤੋਂ, ਉਹਨਾਂ ਦੀ ਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਾਹਰ ਉਹਨਾਂ ਦੇ ਜਾਣ ਤੋਂ ਬਾਅਦ ਰਸਮੋ ਰਿਵਾਜ, ਰੀਤੀ ਰਿਵਾਜ ਬਣਾ ਲਿਆ ਹੈ। ਉਹ ਸਾਨੂੰ ਗੁਰਮਤਿ ਕਿਸ ਤਰ੍ਹਾਂ ਦੀ ਦੱਸਦੇ ਹੈ, ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਮਝਾਇਆ। ਕਿਉਂਕਿ ਜੋ ਸਾਡਾ ਸਫ਼ਰ ਹੈ ਉਹ ਪੈਰਾਂ ਦੇ ਤਲੇ ਤੋਂ ਲੈ ਕੇ ਸਿਰ ਦੀ ਚੋਟੀ ਤੇ ਜਾ ਕੇ ਖਤਮ ਹੋ ਜਾਂਦਾ ਹੈ। ਇਸ ਦੇਹ ਦੇ 6 ਚੱਕਰ ਹੈ, 9 ਦਰ ਹੈ, 2 ਅੱਖਾਂ ਦੇ ਸੁਰਾਖ ਹੈ, 2 ਕੰਨਾਂ ਦੇ ਹੈ, 2 ਨੱਕ ਦੇ ਸੁਰਾਖ ਹੈ, ਮੂੰਹ ਹੈ, ਹੇਠ 2 ਇੰਦਰੀਆਂ ਦੇ ਸੁਰਾਖ ਹੈ। ਇਹ ਜਿਤਨੇ ਵੀ ਦਰਵਾਜ਼ੇ ਹਨ, ਸੁਰਾਖ ਹਨ, ਇਹ ਸਾਰੇ ਬਾਹਰ ਦੁਨੀਆ ਦੀ ਤਰਫ ਖੁੱਲ੍ਹਦੇ ਹੈ, ਜਿਸ ਨੂੰ 10ਵਾਂ ਦਰਵਾਜ਼ਾ ਕਿਹਾ ਹੈ, ਜਿੱਥੋਂ ਕਿ ਅਸੀਂ ਪਰਮਾਤਮਾ ਨੂੰ ਦਾਖਲ ਹੋ ਕੇ ਮਿਲ ਸਕਦੇ ਹਾਂ। ਉਹ ਅੰਦਰ ਦੀ ਤਰਫ ਖੁੱਲ੍ਹਦਾ ਹੈ। ਉੱਥੇ ਬੱਜਰ ਦਾ ਕਵਾੜ ਲਾ ਕੇ ਉਹ ਪਰਮਾਤਮਾ ਸਾਡੇ ਅੰਦਰ ਬੈਠ ਗਿਆ ਹੈ। ਉਹ ਉਸ ਪਰਮਾਤਮਾ ਦਾ ਆਪਣੀ ਮੌਜ ਸੀ, ਕਿਉਂਕਿ ਉਹ ਕੁੱਲ ਮਾਲਕ ਹੈ। ਕਿਸੇ ਦੇ ਉਹ ਐਂਡਰ ਦੇ ਵਿੱਚ ਨਹੀਂ ਗਾ, ਕਿਸੇ ਦੇ ਉਹ ਤਾਬਿਆ ਨਹੀਂ ਗਾ। ਉਹ ਆਪਣੇ ਮਿਲਣ ਦਾ ਜੋ ਚਾਹੇ ਤਰੀਕਾ ਰੱਖ ਸਕਦਾ ਸੀਗਾ। ਉਹਨੂੰ ਇਹੀ ਤਰੀਕਾ ਮਨਜ਼ੂਰ ਹੋਇਆ, ਕਿਉਂਕਿ ਜਿਸ ਦਾ ਗ੍ਰਹਿ ਤਿਸ ਦੀਆ ਤਾਲਾ। ਜਿਸ ਪਰਮਾਤਮਾ ਨੇ ਇਹ ਸਰੀਰ ਬਣਾਇਆ, ਖੁਦ ਉਸੇ ਨੇ ਤਾਲਾ ਲਾ ਦਿੱਤਾ। ਕੁੰਜੀ ਗੁਰਸੁ ਪਾਈ, ਉਹਨੇ ਕੁੰਜੀ ਮਹਾਤਮਾ ਦੇ ਹਵਾਲੇ ਕਰ ਦਿੱਤੀ। ਅਨਕ ਅਪਾਉ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਣਾਈ, ਕਿ ਆਪਣੀ ਮਨ ਬੁੱਧੀ ਨਾਲ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਅਸੀਂ ਕਦੇ ਵੀ ਉਸ ਪਰਮਾਤਮਾ ਨੂੰ ਪਾ ਨਹੀਂ ਸਕਦੇਗੇ। ਕਿਉਂਕਿ ਸਾਨੂੰ ਪਤਾ ਨਹੀਂ ਕਿ ਉਹ ਪਰਮਾਤਮਾ ਸਾਡੇ ਜਿਸਮ ਦੇ ਅੰਦਰ ਹੈ ਤਾਂ ਕਿਸ ਹਿੱਸੇ ਵਿੱਚ ਹੈ, ਸਰੀਰ ਦੇ ਅੰਦਰ ਜਾਣਾ ਹੈ ਤੇ ਕਿਸ ਤਰ੍ਹਾਂ ਜਾਣਾ ਹੈ। ਕਿਉਂਕਿ ਸਾਡਾ ਜੋ ਮਕਸਦ ਹੈ
ਉਹ ਤਾਂ ਗੁਰਮਤਿ ਨੂੰ ਪ੍ਰਾਪਤ ਕਰਨਾ ਹੈ। ਲੇਕਿਨ ਅਸੀਂ ਤਾਂ ਬਾਹਰ ਰਸਮੋ ਰਿਵਾਜਾਂ ਦੇ ਵਿੱਚ ਉਲਝੇ ਬੈਠੇ ਹਾਂ। ਗੁਰਮਤਿ ਕਿਸ ਤਰ੍ਹਾਂ ਹੈ? ਕਿਉਂਕਿ ਜਦੋਂ ਅਸੀਂ 6 ਚੱਕਰਾਂ ਦੇ ਵਿੱਚੋਂ ਆਤਮਾ ਨੂੰ ਲੈ ਕੇ ਆਉਂਦੇ ਹਾਂ, 6 ਚੱਕਰ ਕਿਹੜੇ ਹੈ? ਮੂਲ ਚੱਕਰ ਦੇ ਵਿੱਚ ਗੁਣੇਸ਼ ਬੈਠਾ ਹੈ। ਉਹਦਾ ਕੰਮ ਕੀ ਹੈ? ਸਰੀਰ ਦੀ ਸਫਾਈ ਕਰਨੀ ਹੈ। ਕਿ ਜਿਹੜੇ ਲੋਕ ਜਾਂ ਮੁਸਲਮਾਨ ਜਾਂ ਹੋਰ ਬਹੁਤ ਸਾਰੀਆਂ ਜਾਤੀਆਂ ਹੈ ਜਿਹੜੇ ਉਹਨਾਂ ਨੂੰ ਨਹੀਂ ਪੂਜਦੇਗੇ, ਕਿ ਉਹ ਉਹਨਾਂ ਦਾ ਕੰਮ ਨਹੀਂ ਕਰਦਾਗਾ, ਕਿਉਂਕਿ ਪਰਮਾਤਮਾ ਨੇ ਉਸ ਦੀ ਡਿਊਟੀ ਲਾਈ ਹੋਈ ਹੈ। ਇਸੇ ਤਰ੍ਹਾਂ ਇੰਦਰੀ ਚੱਕਰ ਦੇ ਵਿੱਚ ਬਰਮਾ ਬੈਠਾ ਹੈ, ਉਸ ਦਾ ਕੰਮ ਸੰਸਾਰ ਦੀ ਉਤਪਤੀ ਕਰਨਾ ਹੈ, ਭਾਂਡੇ ਘੜਨੇ ਹੈ, ਜੋ ਵੀ ਉਸ ਨੂੰ ਹੁਕਮ ਹੁੰਦਾ ਹੈ, ਲੂਲਾ ਲੰਗੜਾ ਜੈਸੇ ਵੀ ਕਿਸੇ ਦੇ ਕਰਮ ਹੁੰਦੇ ਹੈ ਉਸ ਤਰ੍ਹਾਂ ਦਾ ਉਹ ਬਰਤਨ ਤਿਆਰ ਕਰ ਦਿੰਦਾ ਹੈ। ਕਿ ਜਿਹੜੇ ਮੁਸਲਮਾਨ ਜਾਂ ਹੋਰ ਵੀ ਬਹੁਤ ਸਾਰੀਆਂ ਜਾਤੀਆਂ ਹੈ ਜਿਹੜੇ ਨਹੀਂ ਉਸ ਨੂੰ ਮੰਨਦੇ, ਕਿ ਉਹਨਾਂ ਦੀ ਉਹ ਘੜਨਾ ਨਹੀਂ ਘੜਦਾਗਾ, ਕਿ ਉਹਨਾਂ ਨੂੰ ਉਹ ਉਹਨਾਂ ਦੇ ਭਾਂਡੇ ਤਿਆਰ ਨਹੀਂ ਕਰਦਾਗਾ, ਜ਼ਰੂਰ ਕਰਦਾ ਹੈ। ਇਸੇ ਤਰ੍ਹਾਂ ਨਾਭੀ ਚੱਕਰ ਦੇ ਵਿੱਚ ਵਿਸ਼ਨੂੰ ਬੈਠਾ ਹੈ, ਜਿਸ ਦੀ ਡਿਊਟੀ ਪ੍ਰਮਾਤਮਾ ਨੇ ਲਾਈ ਹੈ ਕਿ ਤੇਰਾ ਕੰਮ ਹੈ ਸਭ ਨੂੰ ਰੋਜ਼ੀ ਦੇਣੀ। ਕਿਆ ਮੇਦੇ ਦੇ ਵਿੱਚੋਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਗਾਂ ਸਾਡੇ ਸਾਰੇ ਸਰੀਰ ਨੂੰ ਨਾੜੀਆਂ ਜਾਂਦੀਆਂ ਹੈ, ਇੱਥੋਂ ਹੀ ਤਾਕਤ ਸਾਰੇ ਜਿਸਮ ਨੂੰ ਜਾਂਦੀ ਹੈ। ਕਿ ਜਿਹੜੇ ਜਾਤੀਆਂ ਜਾਂ ਮੁਸਲਮਾਨ ਲੋਕ ਇਹਨਾਂ ਨੂੰ ਨਹੀਂ ਮੰਨਦੇਗੇ, ਕਿ ਉਹਨਾਂ ਦੀ ਇਹ ਪਰਵਿਸ਼ ਨਹੀਂ ਕਰਦਾ, ਜ਼ਰੂਰ ਕਰਦਾ ਹੈ। ਇਸੇ ਤਰ੍ਹਾਂ ਹਿਰਦੇ ਚੱਕਰ ਦੇ ਵਿੱਚ ਸ਼ਿਵ ਬੈਠੇ ਹੈ, ਪਾਰਵਤੀ ਬੈਠੇ ਹੈ, ਜਿਨ੍ਹਾਂ ਦਾ ਕੰਮ ਹੈ ਕਿ ਸੰਸਾਰ ਨੂੰ ਲੈ ਕਰਨਾ। ਕਿਆ ਇਸ ਨੂੰ ਮੌਤ ਦਾ ਦੇਵਤਾ ਕਰਕੇ ਵੀ ਬਿਆਨ ਕੀਤਾ ਗਿਆ ਹੈ? ਕਿ ਜਿਹੜੀਆਂ ਜਾਤੀਆਂ ਇਸ ਮੌਤ ਦੇ ਦੇਵਤੇ ਨੂੰ ਨਹੀਂ ਮੰਨਦੀਆਂ, ਕਿ ਉਹਨਾਂ ਦੀ ਇਹ ਮੌਤ ਨਹੀਂ ਕਰਦਾਗਾ, ਕਿ ਉਹਨਾਂ ਨੂੰ ਇਹ ਬਖਸ਼ ਦਿੰਦਾ ਹੈ, ਨਹੀਂ, ਇਹਦਾ ਕੰਮ ਹੈ। ਇਸੇ ਤਰ੍ਹਾਂ ਸ਼ਕਤੀ ਦੇਵੀ, ਜਿਸ ਨੂੰ ਦੁਰਗਾ ਕਰਕੇ ਵੀ ਬਿਆਨ ਕੀਤਾ ਹੈ, ਉਹ ਸਾਡੇ ਕੰਠ ਚੱਕਰ ਦੇ ਵਿੱਚ ਬੈਠੀ ਹੈ। ਹੁਣ ਸਾਡੀ ਜਿਹੜੀ ਬੈਠਕ ਹੈ ਆਤਮਾ ਦੀ, ਉਹ ਤਾਂ ਦੋਨਾਂ ਅੱਖਾਂ ਦੇ ਦਰਮਿਆਨ ਹੈ। ਇਸ ਜਗ੍ਹਾ ਤੋਂ ਆਤਮਾ ਉਤਰ ਕੇ ਥੱਲੇ ਸਰੀਰ ਦੇ ਅੰਦਰ ਆਈ ਹੈ। ਸਰੀਰ ਇੱਕ ਇਸ ਤਰ੍ਹਾਂ ਮੈਂ ਉਦਾਹਰਨ ਦੇ ਕੇ ਸਮਝਾਉਣਾ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ ਇੰਜਣ ਦੀ ਬਾਡੀ ਹੁੰਦੀ ਹੈ, ਉਸ ਦੇ ਕਲਪੁਰਜੇ ਕਾਫੀ ਸਾਰੇ ਹੁੰਦੇ ਆ, ਕਿਸੇ ਵੀ ਦੀ ਤੇਲ ਜਾਂਦਾ, ਕਿਸੇ ਵੀ ਦੀ ਭਾਪ ਜਾਂਦੀ ਹੈ, ਹੋਰ ਕਈ ਕਿਸਮ ਦੀਆਂ ਚੀਜ਼ਾਂ ਉਸ ਨੂੰ ਪਹੁੰਚਦੀਆਂ ਹੈ। ਔਰ ਅਗਰ ਆਪਾਂ ਉਹ ਇੰਜਣ ਦੀ ਬਾਡੀ ਰੱਖ ਦਈਏ, ਉਸ ਦੇ ਵਿੱਚ ਕਰੰਟ ਨਾ ਛੱਡੀਏ, ਬੇਸ਼ੱਕ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਮੌਜੂਦ ਹਨ, ਉਹ ਹਰਕਤ ਦੇ ਵਿੱਚ ਨਹੀਂ ਆ ਸਕਦਾ। ਆਪਾਂ ਉਸ ਇੰਜਣ ਤੋਂ ਕੋਈ ਵੀ ਕੰਮ ਨਹੀਂ ਲੈ ਸਕਦੇ, ਨਾ ਕੋਈ ਆਪਾਂ ਉਸ ਤੋਂ ਰੂਪ ਇੰਜਣ ਦਾ ਕੰਮ ਲੈ ਸਕਦੇ ਹਾਂ, ਨਾ ਕੋਈ ਚੱਕੀ ਪੀਸਣ ਦਾ ਕੰਮ ਲੈ ਸਕਦੇ ਹਾਂ, ਹੋਰ ਵੀ ਕਈ ਕਿਸਮ ਦੇ ਆਪਾਂ ਇੰਜਣਾਂ ਤੋਂ ਕੰਮ ਲੈਂਦੇ ਹਾਂ, ਬਾਡੀਆਂ ਤੋਂ। ਲੇਕਿਨ ਜਦ ਤੱਕ ਕਰੰਟ ਨਹੀਂ ਵਿੱਚ ਛੱਡਿਆ ਜਾਂਦਾਗਾ, ਉਹਨਾਂ ਚਿਕਰ ਉਹ ਬੇਕਾਰ ਹੀ ਹੈ। ਇਸੇ ਤਰ੍ਹਾਂ ਇਹ ਦੇਹ ਉਸ ਪਰਮਾਤਮਾ ਨੇ ਇੱਕ ਬਾਡੀ ਬਣਾ ਦਿੱਤੀ ਹੈ, ਜਿਹਦੇ ਵਿੱਚ ਉਹ ਖੁਦ ਬੈਠਾ ਹੈ। ਹੁਣ ਅੱਖਾਂ ਹੈ, ਕੰਨ ਹੈ, ਨੱਕ ਹੈ, ਹੱਥ ਹੈ, ਜਦ ਤੱਕ ਉਹ ਪਰਮਾਤਮਾ ਆਪਣਾ ਕਰੰਟ, ਜਾਂ ਅਸੀਂ ਉਸ ਨੂੰ ਚੇਤਨ ਸਤਿਆ ਵੀ ਕਹਿ ਸਕਦੇ ਹਾਂ, ਜਾਂ ਚੇਤਨ ਸ਼ਕਤੀ ਵੀ ਕਹਿ ਸਕਦੇ ਹਾਂ, ਆਤਮਾ ਵੀ ਕਹਿੰਦੇ ਹਾਂ। ਸੋ ਇਸ ਵਾਸਤੇ ਜਦ ਤੱਕ ਉਹ ਪਰਮਾਤਮਾ ਆਪਣੀ ਇਹਦੇ ਵਿੱਚ ਨਾ ਰੱਖੇ, ਉਹਨਾਂ ਚਿਕਰ ਸਾਡਾ ਸਰੀਰ ਹਰਕਤ ਨਹੀਂ ਕਰ ਸਕਦਾਗਾ, ਹੱਥ ਹਿੱਲ ਨਹੀਂ ਸਕਦਾਗਾ। ਕਈ ਵਾਰੀ ਅਸੀਂ ਮੌਤਾਂ ਦੇਖਦੇ ਹੀ ਹਾਂ, ਉਹਨਾਂ ਦੇ ਹੱਥ, ਕੰਨ, ਨੱਕ ਵਗੈਰਾ ਸਭ ਕੁਝ ਉਸੇ ਤਰ੍ਹਾਂ ਹੀ ਹੁੰਦੇ ਆ, ਲੇਕਿਨ ਉਹ ਹਰਕਤ ਨਹੀਂ ਕਰ ਸਕਦੇ, ਬੋਲ ਨਹੀਂ ਸਕਦੇਗੇ। ਤੋ ਸੰਤ ਮਹਾਤਮਾ ਪਿਆਰ ਨਾਲ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਬਈ ਕਿਸੇ ਵੀ ਕੌਮ ਵਿੱਚ ਰਹੋ, ਕਿਸੇ ਮਜ਼ਹਬ ਵਿੱਚ ਰਹੋ, ਕਿਸੇ ਵੀ ਮੁਲਕ ਅੰਦਰ ਰਹੋ, ਬਾਹਰਲੇ ਰਹਿਣ ਸਹਿਣ ਦਾ ਤੁਹਾਡੇ ਉੱਤੇ ਕੋਈ ਵੀ ਫਰਕ ਨਹੀਂ ਪੈਂਦਾਗਾ। ਤੁਸੀਂ ਉਸ ਨੂਰ ਨੂੰ, ਉਹ ਸ਼ਕਤੀ ਨੂੰ ਪ੍ਰਾਪਤ ਕਰਨਾ ਹੈ ਕਿ ਜਿਹਦੇ ਜ਼ਰੀਏ ਇਹ ਸਾਰਾ ਸੰਸਾਰ ਹਰਕਤ ਦੇ ਵਿੱਚ ਆ ਰਿਹਾ ਹੈ। ਕਿਉਂਕਿ ਸਾਡਾ ਸਫ਼ਰ ਮੈਂ ਦੱਸਿਆ ਸੀ, ਪੈਰਾਂ ਦੇ ਤਲੇ ਤੋਂ ਸਿਰ ਦੀ ਚੋਟੀ ਤੱਕ ਹੈ। ਇਸ ਦੀਆਂ 2 ਮੰਜ਼ਲਾਂ ਹੈ। ਜਦ ਸਾਡੇ ਸਰੀਰ ਦੀ ਸਾਰੀ ਚੇਤਨ ਸਥਿਆ ਸੰਤਾਂ ਮਹਾਤਮਾ ਦੇ ਬਤਾਉਣ ਦੇ ਮੁਤਾਬਕ ਇੱਥੇ ਤੀਸਰੇ ਤਲ ਤੇ ਆ ਜਾਂਦੀ ਹੈ, ਤਾਂ ਪਹਿਲੀ ਮੰਜ਼ਲ ਦਾ ਬੂਹਾ ਖੁੱਲ ਜਾਂਦਾ ਹੈ, ਜਿਸ ਨੂੰ ਹਿੰਦੂ ਮਹਾਤਮਾ ਨੇ ਸੰਸਰਾਰ ਵੀ ਕਰਕੇ ਬਿਆਨ ਕੀਤਾ ਹੈ। ਸੰਤ ਮਤ ਵਿੱਚ ਉਸ ਨੂੰ ਸੈਂਸਦਲ ਕਮਲ ਕਰਕੇ ਵੀ ਬਿਆਨ ਕੀਤਾ ਹੈ। ਕਿਉਂਕਿ ਇੱਥੇ ਬਹੁਤ ਸਾਰੀ ਜੋਤ ਉਸ ਪਰਮਾਤਮਾ ਨੇ ਸਾਡੇ ਅੰਦਰ ਰੱਖੀ ਹੋਈ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਨਾਮ ਜਪਤ ਕੋਟ ਸੂਰ ਉਜਿਆਰਾ, ਬਿਨਸੇ ਭਰਮ ਅੰਧੇਰਾ। ਉਹ ਕਹਿੰਦੇ ਭਾਈ, ਨਾਮ ਜਪਣ ਵਾਲੇ ਦੇ ਅੰਦਰ ਦਿਨ ਔਰ ਰਾਤ ਦਾ ਕੋਈ ਫਰਕ ਨਹੀਂ ਪੈਂਦਾਗਾ। ਇਸ ਵਾਸਤੇ ਆਪ ਕਹਿੰਦੇ ਜੋ ਅਗਿਆਨਤਾ ਦਾ ਅੰਧੇਰਾ ਹੈ, ਉਹ ਅੱਖਾਂ ਦੇ ਅੱਗੋਂ ਦੂਰ ਹੋ ਜਾਂਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਇੱਥੇ ਸਾਡੀ ਆਤਮਾ ਦੀ ਪਹੁੰਚ ਕੇ ਜੋ ਪਹਿਲਾ ਪਿੰਜਰਾ ਸੀਗਾ, ਪਹਿਲੀ ਜੇਲ੍ਹ ਸੀਗੀ, ਉਹ ਖਤਮ ਹੋ ਜਾਂਦੀ ਹੈ। ਕਿਉਂਕਿ ਅਸਥੂਲ ਸਰੀਰ ਨੂੰ ਛੱਡ ਕੇ ਜਦ ਅਸੀਂ ਸੂਖਮ ਦੇ ਵਿੱਚ ਜਾਂਦੇ ਹਾਂ, ਉੱਥੇ
ਇਹ ਸਾਨੂੰ ਮੰਜ਼ਿਲ ਪ੍ਰਾਪਤ ਹੁੰਦੀ ਹੈ ਜਦ ਅਸੀਂ ਫਿਰ ਵੀ ਸੰਤਾਂ ਦੀ ਦੱਸੀ ਹੋਈ ਯੁਕਤੀ ਦੇ ਮੁਤਾਬਕ ਅਭਿਆਸ ਕਰਦੇ ਹਾਂ। ਫਿਰ ਅਸੀਂ ਸਾਡੀ ਆਤਮਾ ਸੰਤਾਂ ਦੀ ਦੱਸੀ ਹੋਈ ਯੁਕਤੀ ਦੇ ਮੁਤਾਬਕ ਅੱਗੇ ਜਾਂਦੀ ਹੈ। ਅੱਗੇ ਕਿਹੜਾ ਦੇਸ਼ ਆ ਜਾਂਦਾ ਹੈ? ਸਭ ਤੋਂ ਪਹਿਲਾਂ ਤਿਰਕੁਟੀ ਔਰ ਸੈਂਦਲ ਕਮਲ ਨੂੰ ਮਿਲਾਉਣ ਵਾਲਾ, ਉਹਨੂੰ ਸੁਰੰਗ ਵੀ ਕਹਿੰਦੇ ਹੈ, ਟਨਲ ਵੀ ਕਹਿੰਦੇ ਹੈ, ਟੇਢਾ ਔਰ ਸਿੱਧਾ ਰਸਤਾ ਵੀ ਕਹਿੰਦੇ ਹੈ। ਜਦ ਆਤਮਾ ਬਰੀਕ ਹੋ ਕੇ ਸਿਮਰਨ ਦੇ ਜ਼ਰੀਏ ਔਰ ਆਪਣੇ ਆਪ ਨੂੰ ਮਹੀਨ ਕਰਕੇ ਅੱਗੇ ਲੰਘਦੀ ਹੈ, ਅੱਗੇ ਤਿਰਕੁਟੀ ਆ ਜਾਂਦੀ ਹੈ। ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਨ੍ਹਾਂ 5 ਡਾਕੂਆਂ ਨੇ ਸਾਰੀ ਦੁਨੀਆ ਦੇ ਅੰਦਰ ਤਰਥੱਲਾ ਮਚਾ ਰੱਖਿਆ ਹੈ, ਇਹਨਾਂ ਦੀ ਅਸਥੂਲ ਗੰਢ ਤਾਂ ਸਾਡੇ ਅੱਖਾਂ ਦੇ ਪਿੱਛੇ ਹੈ ਔਰ ਸੂਖਸ਼ਮ ਇੱਥੇ ਤਿਰਕੁਟੀ ਦੇ ਵਿੱਚ ਹੈ। ਜਦ ਤੱਕ ਅਸੀਂ ਇੱਥੇ ਤਿਰਕੁਟੀ ਦੇ ਵਿੱਚ ਨਹੀਂ ਜਾਂਦੇਗੇ ਉਹਨਾਂ ਚਿਰ ਅਸੀਂ ਇਹਨਾਂ 5 ਡਾਕੂਆਂ ਤੋਂ ਬਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਗਾ। ਇੱਥੇ ਜਾ ਕੇ ਵੀ ਫਿਰ ਸਾਨੂੰ ਸੂਖਸ਼ਮ ਰੂਪ ਦੇ ਵਿੱਚ ਤੰਗ ਕਰਦੇ ਹੈ, ਉੱਥੇ ਵੀ ਦੁੱਖ ਦਿੰਦੇ ਹੈ। ਸਾਨੂੰ ਪਤਾ ਹੀ ਹੈ ਕਿ ਤੁਸੀਂ ਹਿੰਦੂ ਸ਼ਾਸਤਰ ਪੜ੍ਹ ਕੇ ਦੇਖੋ, ਪੁਰਾਣ ਪੜ੍ਹ ਕੇ ਦੇਖੋ, ਜਿਨ੍ਹਾਂ ਨੂੰ ਅਸੀਂ ਦੇਵਤੇ ਕਰਕੇ ਪੂਜਦੇ ਹਾਂ, ਖਾਸ ਕਰਕੇ ਜਿਸ ਨੂੰ ਅਸੀਂ ਇੰਦਰ ਸਵਰਗਾਂ ਦਾ ਬਾਦਸ਼ਾਹ ਕਰਕੇ ਬਿਆਨ ਕਰਦੇ ਹਾਂ, ਉਸ ਨੇ ਕਿਸ ਤਰ੍ਹਾਂ ਕਾਮ ਦੇ ਵਸ ਹੋ ਕੇ ਅਹਲਿਆ ਦਾ ਜਾ ਕੇ ਸਤ ਭੰਗ ਕੀਤਾ, ਕਿਸ ਤਰ੍ਹਾਂ ਉਸ ਨੇ ਗੌਤਮ ਤੋਂ ਸਰਾਫ ਲਿਆ, ਕਿਉਂਕਿ ਉਹ ਤਾਂ ਸੂਖਸ਼ਮ ਦੁਨੀਆ ਦੇ ਵਿੱਚ ਸੀ। ਤੋਂ ਸੰਤ ਸਾਨੂੰ ਪਿਆਰ ਨਾਲ ਸਮਝਾਉਂਦੇ ਆ, ਜਿਸ ਤਰ੍ਹਾਂ ਇੱਥੇ ਅਸਥੂਲ ਭੋਗ ਸਾਨੂੰ ਤੰਗ ਕਰਦੇ ਆ, ਅਸਥੂਲ ਮਾਇਆ ਤੰਗ ਕਰਦੀ ਹੈ, ਇਹਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ। ਇਸੇ ਤਰ੍ਹਾਂ ਸੂਖਸ਼ਮ ਦੁਨੀਆ ਦੇ ਵਿੱਚ ਜਾ ਕੇ ਸੂਖਸ਼ਮ ਭੋਗ ਔਰ ਸੂਖਸ਼ਮ ਮਾਇਆ ਸਾਡਾ ਪਿੱਛਾ ਨਹੀਂ ਛੱਡਦੀਗੀ। ਉੱਥੇ ਜਾ ਕੇ ਵੀ ਇਹ ਚੀਜ਼ਾਂ ਮਨਾ ਲੈਂਦੀਆਂ ਹੈ। ਸੋ ਇਸ ਵਾਸਤੇ ਉੱਥੇ ਵੀ ਕਹਿੰਦੀਆਂ, ਚੱਲ ਤੈਨੂੰ ਸੰਸਾਰ ਵਿੱਚ ਰਾਜਾ ਬਣਾ ਦੇਣੀਆਂ ਹੈ, ਤੇਰੀ ਲੋਕ ਬੱਲੇ ਬੱਲੇ ਕਰਨਗੇ, ਤੂੰ ਕਰਾਮਾ ਦਿਖਾ ਤਾਂ ਅਸੀਂ ਸਭ ਕੁਝ ਤੇਰੇ ਪਿੱਛੇ ਕਰਾਂਗੇ। ਸੋ ਇਸ ਵਾਸਤੇ ਜਦ ਇਹ ਉੱਥੇ ਪਹੁੰਚਦਾ ਹੈ, ਇਸ ਨੂੰ ਤਿਰਕੁਟੀ ਦੇ ਸਿਖਰ ਦੇ ਉੱਤੇ ਜਾ ਕੇ ਜਿਹੜੇ ਜਨਮਾਂ ਜਨਮਾਤਰਾਂ ਦੇ ਇਹਦੇ ਕਰਮ ਹੁੰਦੇ ਹੈ ਉਹ ਸਾਰੇ ਉੱਥੇ ਖਤਮ ਹੁੰਦੇ ਹੈ। ਬਹੁਤ ਅਰਸਾ ਆਤਮਾ ਨੂੰ ਉੱਥੇ ਰਹਿਣਾ ਪੈਂਦਾ, ਅਭਿਆਸ ਕਰਨਾ ਪੈਂਦਾ ਹੈ। ਇਹ ਵੀ ਨੂਰ ਇੱਥੋਂ ਦਾ ਸੰਤਾਂ ਮਹਾਤਮਾ ਨੇ ਸੁਬਾ ਦੇ ਸੂਰਜ ਦੀ ਤਰ੍ਹਾਂ ਬਿਆਨ ਕੀਤਾ ਹੈ, ਲੇਕਿਨ ਇਹ ਤਾਂ ਸਾਨੂੰ ਸਮਝਾਇਆ ਹੈ, ਉਹ ਜੋ ਕੁਛ ਹੈ ਸੋ ਹੈ। ਇੱਥੇ ਸਿਖਰ ਤੇ ਪਹੁੰਚ ਕੇ ਅਸੀਂ ਬ੍ਰਹਮ ਦੀ ਹੱਦ ਜਦ ਟੱਪ ਜਾਂਦੇ ਹਾਂ, ਅੱਗੇ ਆਤਮਾ ਅਸਥੂਲ, ਸੂਖਸ਼ਮ, ਕਾਰਨ ਤਿੰਨੇ ਪਰਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੀ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤਸਰ ਕਰਕੇ ਬਿਆਨ ਕੀਤਾ ਹੈ। ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਨੀਂਹ ਹੈ ਜਿਹੜੀ, ਸਾਨੂੰ ਪਤਾ ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਰੱਖੀ ਸੀਗੀ। ਕੰਪਲੀਟ ਇਸ ਨੂੰ, ਮੁਕੰਮਲ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਸੀਗਾ। ਲੇਕਿਨ ਗੁਰੂ ਅਮਰਦੇਵ ਜੀ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ, ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵੈ ਪਾਏ ਸੋ ਪਾਏ ਹੈ। ਇਸ ਤੇ ਬਣਨ ਤੋਂ ਪਹਿਲਾਂ ਹੀ ਉਹਨਾਂ ਨੇ ਬਾਣੀ 'ਚ ਲਿਖ ਦਿੱਤਾ ਕਿ ਜਿਸ ਅੰਮ੍ਰਿਤਸਰ ਦੇ ਵਿੱਚ ਨਹਾਉਣ ਨਾਲ ਤੁਹਾਡੇ ਜਨਮਾਂ ਜਨਮਾਤਰਾਂ ਦੇ ਪਾਪ ਖਤਮ ਹੋਣੇ ਹੈ, ਉਹ ਤੁਹਾਡੇ ਜਿਸਮ ਦੇ ਅੰਦਰ ਹੈ, ਤੁਹਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀਗੇ ਕਿ ਜਦੋਂ ਇਸ ਅੰਮ੍ਰਿਤਸਰ ਨੂੰ ਬਣਾਉਣ ਲੱਗੇ ਉਦੋਂ ਮਿਸਤਰੀ ਨੂੰ ਕਿਹਾ ਕਿ ਬਈ 10ਵੇਂ ਦੁਆਰ ਦਾ ਕਮਲ ਜਿਹੜਾ ਹੈ ਉਹ ਤੂੰ ਬਾਹਰ ਬਣਾ। ਹੁਣ ਜਦ ਅੰਦਰ ਦੇਖਿਆ ਨਾ ਹੋਵੇ ਉਹ ਬਾਹਰ ਕਿਸ ਤਰ੍ਹਾਂ ਬਣਾ ਸਕਦਾ ਹੈ? ਉਸ ਦੀ ਪਹਿਲਾਂ ਸਭ ਤੋਂ ਤਵੱਜੋ ਦੇ ਕੇ ਸੁਰਤ ਨੂੰ ਅੰਦਰ ਲਗੇ, ਆਤਮਾ ਨੂੰ ਸਰੀਰ ਤੋਂ ਉੱਪਰ ਉਠਾਇਆ ਔਰ ਫੇਰ ਕੀ ਸੀ, ਹੁਣ ਮਿਸਤਰੀ ਨੇ ਜਦ ਅੰਦਰ ਦੇਖਿਆ ਤਾਂ ਉੱਥੋਂ ਦਾ ਰਸ, ਉੱਥੋਂ ਦਾ ਨੂਰ ਛੱਡਣ ਨੂੰ ਜੀ ਨਹੀਂ ਕਰਦਾ ਸੀਗਾ। ਉੱਥੇ ਪਹੁੰਚਿਆ ਹੋਇਆ ਮਹਾਤਮਾ 10 ਵਲਾਇਤ ਦੀ ਬਾਦਸ਼ਾਹੀ ਨੂੰ ਠੋਕਰ ਮਾਰਦਾ ਹੈ, ਇਸ ਦੁਨੀਆ ਨੂੰ ਉਹ ਜੌਂ ਤੇ ਖਰੀਦਣ ਵਾਸਤੇ ਵੀ ਤਿਆਰ ਨਹੀਂ ਹੁੰਦਾਗਾ। ਮਿਸਤਰੀ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਇੱਥੇ ਹੀ ਰਹਿਣ ਦਿਓ। ਗੁਰੂ ਸਾਹਿਬ ਕਹਿਣ ਲੱਗੇ, ਨਹੀਂ, ਪਹਿਲਾਂ ਬਾਹਰ ਬਣਾ, ਫਿਰ ਤੈਨੂੰ ਇੱਥੇ ਲੈ ਆਵਾਂਗੇ। ਫਿਰ ਜਦੋਂ ਅੰਦਰ ਦੇਖ ਲਿਆ, ਬਾਹਰ ਬਣਾਉਣਾ ਕੀ ਔਖਾ ਸੀਗਾ। ਇਹ 10ਵੇਂ ਦੁਆਰ ਦੇ ਕਮਲ ਦੀ ਨਕਲ ਬਣਾਈ ਹੋਈ ਹੈ। ਸੋ ਇਸ ਵਾਸਤੇ ਅਸੀਂ ਜਾਂਦੇ ਸਾਰੇ ਹੀ ਹਾਂ, ਲੇਕਿਨ ਉਸ ਨੂੰ ਸਮਝਦੇ ਨਹੀਂ ਕਿ ਮਹਾਤਮਾ ਨੇ ਕਿਉਂ ਬਣਾਇਆ, ਕਾਹਦੇ ਵਾਸਤੇ ਬਣਾਇਆ। ਜਦ ਆਤਮਾ ਉੱਥੇ ਜਾਂਦੀ ਹੈ, ਸਾਰੇ ਪਰਦੇ ਲਹਿ ਜਾਂਦੇ ਆ, ਉੱਥੇ ਆਤਮਾ ਆਪਣੇ ਆਪ ਨੂੰ ਪਛਾਣਦੀ ਹੈ, ਰੋਂਦੀ ਹੈ ਕਿ ਮੇਰੇ ਪੂਜਣ ਦੇ ਲਾਇਕ ਤਾਂ ਕੋਈ ਸੰਸਾਰ ਦੇ ਵਿੱਚ ਚੀਜ਼ ਹੀ ਨਹੀਂ ਸੀ, ਕੋਈ ਵਸਤੂ ਹੀ ਨਹੀਂ ਸੀਗੀ। ਕਿਉਂਕਿ ਆਤਮਾ ਚੇਤਨ ਹੈ, ਅਸੀਂ ਜੜ ਚੀਜ਼ਾਂ ਦੇ ਮਗਰ ਲੱਗ ਕੇ ਇਸ ਦੇ ਨੂਰ ਨੂੰ ਖੋਈ ਬੈਠੇ ਹਾਂ। ਉੱਥੇ ਫਿਰ ਆਤਮਾ ਰੋਂਦੀ ਹੈ ਕਿ ਮੈਂ ਐਵੇਂ ਜੜ ਵਸਤੂਆਂ ਦੇ ਅੰਦਰ ਜੰਮਣ ਮਰਨ ਦੇ ਵਿੱਚ ਲੱਗੀ ਰਹੀ। ਉੱਥੋਂ ਦਾ ਜਿਹੜਾ ਨੂਰ ਹੈ ਉਹ ਬਿਆਨ ਦੇ ਵਿੱਚ ਨਹੀਂ ਆਉਂਦਾਗਾ, ਉੱਥੇ ਕੋਈ ਵੀ ਮਟੀਰੀਅਲ ਵਸਤੂ ਨਹੀਂ ਗੀ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ, ਜਿਹੜਾ ਕਾਲ ਹੈ, ਕਿਉਂਕਿ ਇਹ ਬ੍ਰਹਮ ਤੱਕ ਜਾਂਦਾ ਹੈ, ਕਾਲ ਜਿਹੜਾ ਹੈ ਇਹ ਥੱਲੇ ਰਹਿ ਜਾਂਦਾ ਹੈ। ਜਿਹੜਾ ਇਨਸਾਨ ਉੱਥੇ ਨਹੀਂ ਪਹੁੰਚਦਾ 10ਵੇਂ ਦੁਆਰ ਦੇ ਵਿੱਚ, ਆਪ ਕਹਿਣ ਲੱਗੇ ਕਿ ਉਹ ਇਨਸਾਨ ਕਹਿਲਾਉਣ ਦਾ ਹੱਕਦਾਰ ਹੀ ਨਹੀਂਗਾ।
ਉਸੇ ਦੀ ਮਹਿਮਾ ਦੇ ਵਿੱਚ ਇਹ ਮਾਘ ਦਾ ਮਹੀਨਾ ਗੁਰੂ ਸਾਹਿਬ ਬਿਆਨ ਕਰਦੇ ਆ, ਮੈਂ ਦੱਸੂਗਾ। ਔਰ ਉੱਥੋਂ ਜਦੋਂ ਅਸੀਂ ਸਾਡੀ ਆਤਮਾ ਦਾ 12 ਨੂਰ ਸੂਰਜ ਦਾ ਨੂਰ ਹੋ ਜਾਂਦਾ ਹੈ, ਅੱਗੇ ਮਹਾ ਸੁਣ ਆਉਂਦੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਦੀਆਂ ਕਿਤਾਬਾਂ ਦੁਨੀਆ ਦੇ ਵਿੱਚ ਮਸ਼ਹੂਰ ਹੈ, ਤੁਸੀਂ ਅੰਦਰ ਜਾ ਕੇ ਦੇਖੋ ਉਹ ਕਿਸ ਤਰ੍ਹਾਂ ਉਸ ਮਹਾ ਤਿਮਰਖੰਡ ਹਨੇਰੇ ਦੇ ਵਿੱਚ ਭੰਬਲ ਭੂਸੇ ਖਾਂਦੇ ਫਿਰਦੇ ਹੈ। ਕਿਉਂਕਿ ਅੰਦਰ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ ਅਸੀਂ ਅੰਦਰ ਜਾ ਨਹੀਂ ਸਕਦੇਗੇ। ਇਸੇ ਨੂੰ ਹੀ ਹਿੰਦੂ ਸ਼ਾਸਤਰਾਂ ਦੇ ਅੰਦਰ ਗੁਰੂ ਨੂੰ ਅੰਧੇਰੇ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਬਿਆਨ ਕੀਤਾ ਹੈ। ਕਿਉਂਕਿ 12 ਨੂਰ ਦਾ ਸੂਰਜ ਹੋਣ ਦੇ ਬਾਵਜੂਦ ਵੀ ਆਤਮਾ ਉੱਥੇ ਜਾ ਨਹੀਂ ਸਕਦੀਗੀ। ਉੱਥੇ ਜਦ ਗੁਰੂ ਪ੍ਰਗਟ ਹੁੰਦਾ ਹੈ, ਇਹ ਆਪਣੇ ਪ੍ਰਕਾਸ਼ ਦੇ ਨਾਲ ਹੀ ਅੱਗੇ ਲੈ ਜਾਂਦਾ ਹੈ। ਜਿਹੜੀਆਂ ਆਤਮਾ ਉੱਥੇ ਭੂਲ ਭੁਲਈਆਂ ਦੇ ਵਿੱਚ ਫਿਰਦੀਆਂ ਹੈ, ਉਦੋਂ ਐਸੀ ਆਤਮਾ ਨੂੰ ਬੇਨਤੀ ਕਰਦੀਆਂ ਕਿ ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ। ਉਹ ਕਹਿੰਦੇ ਨਹੀਂ, ਜਦ ਤੁਸੀਂ ਇਨਸਾਨ ਦੇ ਜਾਮੇ 'ਚ ਜਾਓਗੇ ਐਸਾ ਗੁਰੂ ਤੁਹਾਨੂੰ ਮਿਲ ਜਾਵੇ ਕਿ ਜਿਹੜਾ ਸੱਚਖੰਡ ਪਹੁੰਚਿਆ ਹੋਵੇ ਉਹੀ ਲਿਜਾ ਸਕਦਾ ਹੈ। ਸੋ ਇਸ ਵਾਸਤੇ ਅੱਗੇ ਆਤਮਾ ਉਸ ਮਹਾਸੁੰਨ ਤਿਮਰਖੰਡ ਦੇ ਅੰਧੇਰੇ ਨੂੰ ਪਾਰ ਕਰਕੇ ਗੁਰੂ ਦੇ ਨਾਲ ਇਹ ਚੌਥੀ ਸਟੇਜ, ਜਿਸ ਨੂੰ ਭਵਰ ਗੁਫਾ ਕਰਕੇ ਸੰਤ ਮਤ 'ਚ ਬਿਆਨ ਕੀਤਾ ਗਿਆ ਹੈ, ਉੱਥੇ ਪਹੁੰਚ ਕੇ ਇਹ ਆਤਮਾ ਮਸਤ ਹੋ ਜਾਂਦੀ ਹੈ, ਮਸਤਾਨੀ ਹੋ ਜਾਂਦੀ ਹੈ, ਆਪਣੇ ਆਪ ਨੂੰ ਭੁੱਲ ਜਾਂਦੀ ਹੈ। ਉਹ ਸੱਚਖੰਡ ਦਾ ਬੂਹਾ ਹੈ। ਉੱਥੋਂ ਫਿਰ ਸਤਿਗੁਰਾਂ ਦੀ ਦਇਆ ਦੇ ਨਾਲ ਇਹ ਅੱਗੇ ਜਾਂਦੀ ਹੈ, ਜਿੱਥੋਂ ਕਿ ਸ਼ੁਰੂ 'ਚ ਇਹ ਆਤਮਾ ਇਹ ਸੰਸਾਰ ਮੰਡਲ ਦੇ ਉੱਤੇ ਆਈ ਸੀ, ਜਿਸ ਨੂੰ ਸੱਚਖੰਡ ਕਰਕੇ ਬਿਆਨ ਕੀਤਾ ਹੈ। ਸੱਚਖੰਡ ਦਾ ਨੂਰ ਬਿਆਨ ਵਿੱਚ ਨਹੀਂ ਆਉਂਦਾਗਾ। ਜਿਸ ਤਰ੍ਹਾਂ ਗੂੰਗਾ ਗੁੜ ਖਾਵੇ, ਅਗਰ ਉਸ ਨੂੰ ਪੁੱਛੀਏ ਕਿ ਭਰਾਵਾ ਇਸ ਗੁੜ ਦਾ ਜਾਂ ਮਿਸ਼ਰੀ ਦਾ ਸਵਾਦ ਕੀ ਹੈ, ਉਹ ਕੱਛਾਂ ਹੀ ਵਜਾ ਸਕਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਸਮਝਾਉਂਦੇ ਹੈ, ਅਗਰ ਇੱਥੋਂ ਦਾ ਕਰੋੜਾਂ ਸੂਰਜ ਇਕੱਠਾ ਕਰੀਏ, ਸਤਪੁਰਸ਼ ਦੇ ਇੱਕ ਰੋਮ ਦੇ ਵੀ ਪ੍ਰਕਾਸ਼ ਜੈਸਾ ਉਹ ਮੁਕਾਬਲਾ ਨਹੀਂ ਕਰ ਸਕਦਾਗਾ। ਉਹ ਜੋ ਕੁਛ ਹੈ ਸੋ ਹੈ। ਉੱਥੇ ਜਦ ਕੋਈ ਆਤਮਾ ਪਹੁੰਚਦੀ ਹੈ, ਉੱਥੋਂ ਦਾ ਜੋ ਨੂਰ, ਜੋ ਤਾਕਤ, ਜੋ ਪ੍ਰਕਾਸ਼ ਹੈ, ਉਹ ਪਹੁੰਚਣ ਵਾਲੇ ਦੇ ਵਸ ਵਿੱਚ ਹੋ ਜਾਂਦੀ ਹੈ। ਜਿਵੇਂ ਉਹ ਹਿਲਾਉਂਦਾ ਹੈ ਉਵੇਂ ਹਿਲਦੀ ਹੈ, ਜਿਵੇਂ ਉਹ ਕਹਿੰਦਾ ਉਵੇਂ ਕਰਦੀ ਹੈ। ਲੇਕਿਨ ਉਹ ਦਇਆ ਦਾ ਸਮੁੰਦਰ ਹੁੰਦਾ ਹੈ। ਉੱਥੇ ਪਹੁੰਚਿਆ ਹੋਇਆ ਮਹਾਤਮਾ ਕੋਈ ਕਰਾਮਾਤਾਂ ਨਹੀਂ ਦਿਖਾਉਂਦਾਗਾ। ਉਹ ਕਰਾਮਾਤਾਂ ਦੇ ਨਜ਼ਦੀਕ ਤੱਕ ਨਹੀਂ ਜਾਂਦਾ। ਨਾ ਆਪਣੇ ਸੇਵਕਾਂ ਨੂੰ ਇਹ ਹੁਕਮ ਦਿੰਦਾ ਹੈ ਕਿ ਤੁਸੀਂ ਬਾਹਰ ਇਹ ਖਿਲੌਣਿਆਂ ਦਾ ਖੇਲ ਜਾ ਕੇ ਖੇਲੋ। ਲੇਕਿਨ ਉਹਦੇ ਦਿਲ ਦੇ ਅੰਦਰ ਦਇਆ ਉੱਠਦੀ ਹੈ। ਜਿਸ ਰਸਤੇ ਆਤਮਾ ਸਰੀਰ ਦੇ ਵਿੱਚੋਂ ਉੱਥੇ ਸੱਚਖੰਡ ਪਹੁੰਚਦੀ ਹੈ, ਉਸੇ ਰਸਤੇ ਉਹ ਵਾਪਸ ਆਉਂਦੀ ਹੈ। ਔਰ ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਜਿਹੜੇ ਮੇਰੀਆਂ ਹੋਰ ਭੈਣ ਭਰਾ ਜੇਲ੍ਹ ਦੇ ਵਿੱਚ ਫਸੀ ਹੈ, ਸਾਰੀ ਦੁਨੀਆ ਕਾਲ ਦੇ ਵਿੱਚ ਜੰਮਣ ਮਰਨ 'ਚ ਲੱਗੀ ਹੈ, ਮੈਂ ਉਹਨਾਂ ਨੂੰ ਨਾਲ ਲਿਆਵਾਂ। ਉਹ ਹੁਣ ਇੱਥੇ ਆ ਕੇ ਜਿਸ ਦਾ ਉੱਚਾ ਭਾਗ ਹੋਵੇ ਉਹੀ ਉਸ ਦਾ ਸੰਗ ਕਰੇ ਔਰ ਆਪਣੇ ਘਰ ਵਾਪਸ ਜਾਵੇ। ਐਸੀ ਆਤਮਾ ਜਦ ਸੰਸਾਰ ਦੇ ਵਿੱਚ ਆਉਂਦੀ ਹੈ, ਨਾ ਤਾਂ ਸਾਨੂੰ ਇਹ ਕਹਿੰਦੀ ਹੈ ਕਿ ਤੁਸੀਂ ਹਿੰਦੂਆਂ ਤੋਂ ਸਿੱਖ ਬਣੋ ਜਾਂ ਸਿੱਖਾਂ ਤੋਂ ਈਸਾਈ ਬਣੋ ਜਾਂ ਮੁਸਲਮਾਨਾਂ ਤੋਂ ਤੁਸੀਂ ਈਸਾਈ ਬਣੋ। ਉਹ ਸਾਨੂੰ ਦੱਸਦੇ ਹੈ ਕਿ ਤੁਸੀਂ ਆਪੋ ਆਪਣੀਆਂ ਕੌਮਾਂ ਵਿੱਚ ਰਹੋ, ਆਪੋ ਆਪਣੇ ਮਜ਼੍ਹਬਾਂ ਵਿੱਚ ਰਹੋ, ਆਪੋ ਆਪਣੇ ਰੀਤੀ ਰਿਵਾਜ ਕਰੋ। ਜੋ ਵੀ ਬੋਲੇ ਤੁਸੀਂ ਬੋਲਦੇ ਹੋ ਇਹ ਤੁਹਾਨੂੰ ਮੁਬਾਰਕ ਹੋਣ। ਜੈ ਦੇਵਾ, ਸਤਿ ਸ੍ਰੀ ਅਕਾਲ, ਜੋ ਕੁਛ ਵੀ ਬੋਲਦੇ ਆ ਉਹ ਤੁਸੀਂ ਬੋਲੋ। ਇਸ ਵਾਸਤੇ ਉਹ ਸਾਨੂੰ ਉਹਨਾਂ ਨੂੰ ਇਹ ਗਿਆਨ ਹੁੰਦਾ ਹੈ ਕਿ ਪਾਪਾਂ ਦੇ ਥੱਲੇ ਔਰ ਕਰਮਾਂ ਦੇ ਥੱਲੇ ਦੱਬੀ ਹੋਈ ਸ਼ੁੱਧ ਆਤਮਾ ਵੀ ਹੈ। ਜਿਸ ਤਰ੍ਹਾਂ ਧੋਬੀ ਨੂੰ ਆਪਣੇ ਕਰਤੱਵ ਦੇ ਉੱਤੇ ਮਾਣ ਹੁੰਦਾ ਹੈ ਕਿ ਮੈਂ ਕੱਪੜੇ ਦੇ ਵਿੱਚੋਂ ਸਫੈਦੀ ਕੱਢ ਲੂੰਗਾ, ਇਸੇ ਤਰ੍ਹਾਂ ਸੰਤਾਂ ਨੂੰ ਆਪਣੇ ਨਾਮ, ਆਪਣੇ ਕਸਬ ਦੇ ਉੱਤੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਕਿ ਜਿਸ ਦੇ ਅੰਦਰ ਅਸੀਂ ਨਾਮ ਰੱਖਾਂਗੇ ਇਹ ਇੱਕ ਦਿਨ ਜ਼ਰੂਰ ਸਿਆਣਾ ਇਨਸਾਨ ਮਹਾਤਮਾ ਬਣ ਜਾਵੇਗਾ। ਇਸ ਵਾਸਤੇ ਕੋਈ ਪੁੰਨੀ ਆਏ, ਪਾਪੀ ਆਏ, ਮਹਾਤਮਾ ਉਸ ਨੂੰ ਇਨਕਾਰ ਨਹੀਂ ਕਰਦੇਗੇ। ਲੇਕਿਨ ਇਹ ਜ਼ਰੂਰ ਕਹਿੰਦੇ ਆ ਕਿ ਜਿਸ ਦਿਨ ਨਾਮ ਲੈ ਲਿਆ ਹੈ ਉਸ ਤੋਂ ਬਾਅਦ ਕੋਈ ਵੀ ਭੈੜਾ ਖੋਟਾ ਕਰਮ ਨਾ ਕਰੋ, ਕਿਉਂਕਿ ਪਹਿਲੇ ਜੋ ਕੁਛ ਹੈ ਉਹ ਮਹਾਤਮਾ ਆਪਣੀ ਦਇਆ ਮਿਹਰ ਦੇ ਨਾਲ ਬਖਸ਼ ਦਿੰਦੇ ਹੈ। ਹੁਣ ਇੱਥੇ ਪਹੁੰਚਣਾ ਸੱਚਖੰਡ, ਉਹਨਾਂ ਪੰਜਾਂ ਮੰਜ਼ਲਾਂ ਵੀ ਦੀ ਲੰਘਣਾ ਗੁਰਮਤ ਹੈ। ਹੁਣ ਅਸੀਂ ਠੰਡੇ ਦਿਲ ਨਾਲ ਸੋਚਣਾ ਹੈ ਕਿ ਅਸੀਂ ਇਹ ਗੁਰਮਤ ਕਰਦੇ ਹਾਂ ਜਾਂ ਅਸੀਂ ਇਸ ਤੇ ਚੱਲਦੇ ਹਾਂ। ਅਸੀਂ ਤਾਂ ਆਪਣੇ ਆਪ ਨੂੰ ਕੀ ਕਰਦੇ ਹਾਂ, ਅਗਰ ਕਿਸੇ ਨੇ 10 ਦਿਨ ਵਾਹਿਗੁਰੂ ਵਾਹਿਗੁਰੂ ਕੀਤਾ ਉਹ ਆਪਣੇ ਆਪ ਨੂੰ ਸਿੱਖ ਸਮਝਦਾ ਹੈ। ਅਗਰ ਕਿਸੇ ਨੇ ਅੱਲਾ ਅੱਲਾ ਕੀਤੀ ਉਹ ਆਪਣੇ ਆਪ ਨੂੰ ਮੁਸਲਮਾਨ ਸਮਝਣ ਲੱਗ ਜਾਂਦਾ ਹੈ। ਅਗਰ ਰਾਮ ਰਾਮ ਕਰਨ ਲੱਗ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਹਿੰਦੂ ਸਮਝਣ ਲੱਗ ਜਾਂਦੇ ਹਾਂ। ਲੇਕਿਨ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਇਹਨਾਂ ਲਫ਼ਜ਼ ਜਿਹੜੇ ਜਿਨ੍ਹਾਂ ਦੀ ਅਸੀਂ ਟੇਕ ਬੰਨੀ ਬੈਠੇ ਹਾਂ ਇਹ ਕਿੰਨੇ ਕੁ ਪੁਰਾਣੇ ਹੈ, ਕਿੰਨਾ ਕੁ ਚਿਰ ਇਹਨਾਂ ਨੂੰ ਹੋ ਗਿਆ ਹੈ। ਸਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਸਾਹਿਬ ਹੋਇਆਂ ਨੂੰ 500 ਸਾਲ ਹੋਇਆ ਹੈ। ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਸ ਪਰਮਾਤਮਾ ਨੂੰ ਵਾਹਿਗੁਰੂ ਕਹਿਣ ਲੱਗ ਪਏ। ਲੇਕਿਨ ਕੋਈ ਦੁਨੀਆ 500 ਸਾਲ ਪੁਰਾਣੀ ਤਾਂ ਨਹੀਂ ਗੀ, ਦੁਨੀਆ ਤਾਂ ਬਹੁਤ ਪੁਰਾਣੀ ਹੈ। ਇਸੇ ਤਰ੍ਹਾਂ ਅਸੀਂ
ਰਾਮਚੰਦਰ ਜੀ ਮਹਾਰਾਜ ਹੋਇਆਂ ਨੂੰ 3 ਯੁੱਗ ਹੋ ਗਏ ਐ, ਅਸੀਂ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ, ਲੇਕਿਨ ਕੋਈ ਦੁਨੀਆ 3 ਯੁੱਗ ਵੀ ਪੁਰਾਣੀ ਨਹੀਂ ਗਈ। ਇਸੇ ਤਰ੍ਹਾਂ ਮੁਹੰਮਦ ਸਾਹਿਬ ਹੋਇਆਂ ਨੂੰ 1400 ਸਾਲ ਹੋ ਗਏ, ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਅੱਲਾ ਅੱਲਾ ਕਰਨਾ ਸ਼ੁਰੂ ਕਰ ਦਿੱਤਾ ਕਿ ਦੁਨੀਆ ਇਹ 1400 ਸਾਲ ਪੁਰਾਣੀ ਹੈ। ਮਹਾਤਮਾ ਪਿਆਰ ਦੇ ਨਾਲ ਸਮਝਾਉਂਦੇ ਆ, ਤੁਸੀਂ ਆਖਰ ਪਿੱਛੇ ਤੁਰੇ ਜਾਓ ਤਾਂ ਤੁਹਾਨੂੰ ਇੱਕ ਨਾਮ ਉਹ ਤਾਕਤ ਹੀ ਰਹਿ ਜਾਏਗੀ ਜਿਸਨੇ ਸਾਰੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ। ਸੰਸਾਰ ਦੀ ਕੋਈ ਹਿਸਟਰੀ ਨਹੀਂ ਦੱਸ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਮਹਾਰਾਜ ਸਾਵਣ ਸਿੰਘ ਕੋਲੇ ਕੋਈ ਆਦਮੀ ਗਏ ਕਿ ਜੀ ਸ੍ਰਿਸ਼ਟੀ ਬਣੀ ਨੂੰ ਕਿੰਨਾ ਕੁ ਚਿਰ ਹੋ ਗਿਆ। ਉਹ ਕਹਿਣ ਲੱਗੇ, ਭਾਈ ਗੁਰੂ ਨਾਨਕ ਕਹਿੰਦਾ ਹੈ ਕਿ ਜਿਸਨੇ ਪੈਦਾ ਕੀਤੀ ਹੈ ਇਹ ਉਹੀ ਜਾਣਦਾ ਹੈ। ਕਿਹਾ ਚੰਗਾ ਹੋਵੇ ਜੇ ਆਪਾਂ ਸਾਰੇ ਜਾਣੇ ਮਿਲ ਕੇ ਉਸ ਪਰਮਾਤਮਾ ਤੋਂ ਜਾ ਕੇ ਸਵਾਲ ਪੁੱਛੀਏ। ਸੋ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਬਾਣੀ ਅਸੀਂ ਪੜ੍ਹ ਜ਼ਰੂਰ ਲੈਂਦੇ ਹਾਂ। ਅਸੀਂ ਸਾਰੇ ਕਹਿੰਦੇ ਆ ਘਰੇ ਬਾਣੀ ਪਈ ਹੈਗੀ ਆ, ਪੜ੍ਹ ਲਓ। ਉੱਥੇ ਆਪਾਂ ਸਤਸੰਗ ਦੇ ਵਿੱਚ ਜਾ ਕੇ ਕੀ ਲੈਣਾ ਹੈ। ਬੜੀ ਸੋਚ ਸਮਝ ਦੀ ਗੱਲ ਹੈ। ਤੁਸੀਂ ਜਰਾ ਸੋਚ ਕੇ ਦੇਖ ਲਓ ਕਿ ਅਸੀਂ ਇਹ ਕੰਮ ਜੋ ਕੁਛ ਮੈਂ ਪਿੱਛੇ ਦੱਸ ਕੇ ਆਇਆ ਹੈ ਕਿ ਅਸੀਂ ਇਹ ਗੁਰਮਤਿ ਅਪਣਾਈ ਹੈ। ਇਹ ਮੈਂ ਤੁਹਾਨੂੰ ਸਿੱਖਿਆ ਕਿਸੇ ਦੀ ਸੁਣੀ ਸੁਣਾਈ ਨਹੀਂ ਦੱਸਦਾ। ਇਹ ਗੁਰੂ ਨਾਨਕ, ਕਬੀਰ, ਮੌਲਾਨਾ ਰੂਮ, ਸਮਸਤ ਬਰੇਜ ਜੋ ਵੀ ਮਹਾਤਮਾ ਇਹ ਸੰਸਾਰ ਤੇ ਆਏ ਆ, ਇਹ ਸਭ ਦੀ ਸਿੱਖਿਆ ਹੈ। ਕੋਈ ਮਹਾਤਮਾ ਉਸ ਨੂੰ ਆਪਣਾ ਪ੍ਰੈਕਟੀਕਲ ਕਰ ਲੈਂਦੇ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ, ਅਗਰ ਤੂੰ ਗੁਰੂ ਮਤ ਦੇ ਉੱਤੇ ਚੱਲਣਾ ਹੈ, ਇਸ਼ਨਾਨ ਕਰਕੇ ਆਪਣੀ ਆਤਮਾ ਨੂੰ ਸ਼ੁੱਧ ਕਰਨਾ ਹੈ, ਜਨਮ ਜਨਮ ਦੇ ਪਾਪ ਕੱਟਣੇ ਹੈ, ਤੋ ਤੂੰ ਕੀ ਕਰ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਕਿਆ ਸਭ ਤੋਂ ਪਹਿਲਾਂ ਤੂੰ 10ਵੇਂ ਦੁਆਰ ਦੇ ਵਿੱਚ ਪਹੁੰਚ, ਕਿਉਂਕਿ ਸੰਤਾਂ ਦੀ ਧੂੜੀ ਨੂੰ ਅਸੀਂ ਬਾਹਰ ਵੀ ਨਮਸਕਾਰ ਕਰਦੇ ਹਾਂ, ਲੇਕਿਨ ਜਿਸ ਧੂੜੀ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਆ, ਜਦੋਂ ਅਸੀਂ ਅਸਤੂਲ, ਸੂਖਸ਼ਮ, ਕਾਰਨ ਤਿੰਨੇ ਪਰਦੇ ਲਾ ਕੇ 10ਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੇ ਆ, ਸੱਚੀ ਧੂੜੀ ਜੋ ਜੰਮਣ ਮਰਨ ਦੀ ਕੈਦ ਤੋਂ ਸਾਨੂੰ ਬਰੀ ਕਰਦੀ ਹੈ, ਉਹ ਇੱਥੇ ਜਾ ਕੇ ਮਿਲਦੀ ਹੈ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀਗਾ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਉੱਪਰ ਜਾਈਆ ਕੁਰਬਾਨ। ਆਪ ਕਹਿਣ ਲੱਗੇ ਜਿਹੜਾ ਇੱਥੇ ਪਹੁੰਚ ਜਾਵੇ ਉਹ ਸਾਧ ਹੈ। ਅਸੀਂ ਸਾਰੇ ਆਪਣੇ ਆਪ ਨੂੰ ਸਾਧ ਕਹਾਉਂਦੇ ਆ, ਲੇਕਿਨ ਅਸੀਂ ਦਿਲ ਦੇ ਵਿੱਚ ਸੋਚ ਕੇ ਦੇਖ ਲਓ, ਕੰਘੀ ਮਾਰ ਕੇ ਦੇਖ ਲਓ, ਮਾੜਾ ਜਾਂ ਕੋਈ ਭੰਡਾਰਾ ਮਨਾਉਣਾ ਹੋਵੇ, ਕਿਸੇ ਗੁਰੂ ਨਾਨਕ ਜਾਂ ਹੋਰ ਕਿਸੇ ਮਹਾਤਮਾ ਦਾ ਗੁਰਪੁਰਬ ਮਨਾਉਣਾ ਹੋਵੇ, ਅਸੀਂ ਸਾਰੇ ਅਗਰਾਹੀਆਂ ਕਰਨ ਤੁਰ ਪੈਂਦੇ ਆ, ਭਰਾਵੋ ਕੁਛ ਦਿਓ ਦਿਓ ਦਿਓ। ਜੇ ਸਾਨੂੰ ਗੁਰੂ ਨਾਨਕ ਦੀ ਬਾਣੀ ਦਾ ਗਿਆਨ ਹੋਵੇ, ਕੀ ਅਸੀਂ ਲੋਕਾਂ ਤੋਂ ਪੈਸੇ ਮੰਗ ਕੇ ਇਹ ਕੰਮ ਕਰ ਸਕਦੇ ਹਾਂ? ਸੋਚ ਕੇ ਦੇਖੋ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਕਿਹਨੂੰ ਭਾਈ ਸਾਧ ਕਹਿਣਾ ਹੈ? ਆਪ ਕਹਿੰਦੇ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ न ਲੱਗੀ ਪਾਏ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੋ ਸੇਵਕਾਂ ਤੋਂ ਮੰਗਦੇ ਫਿਰਦੇ ਐ, ਉਹਨਾਂ ਦੇ ਤਾਂ ਪੈਰਾਂ ਤੇ ਵੀ ਮੱਥਾ ਨਾ ਟੇਕੋ। ਆਪ ਕਹਿਣ ਲੱਗੇ, ਕੈਸਾ ਸਾਧ ਹੈ ਜਿਹੜਾ ਖੁਦ 10 ਨੋਹਾਂ ਦੀ ਕਿਰਤ ਕਰਦਾ ਹੈ, ਆਪਣਾ ਪੇਟ ਪਾਲਦਾ ਹੈ, ਬਲਕਿ ਉਸ ਦੇ ਵਿੱਚੋਂ ਵੀ ਉਹ ਲੰਗਰ ਦੇ ਵਿੱਚ ਪਾਏਗਾ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਆ, ਜਿਹੜੇ ਇੱਥੇ ਪਹੁੰਚ ਜਾਂਦੇ ਆ ਮਹਾਤਮਾ, ਉਹ ਕਿਸੇ ਵੀ ਸੁਸਾਇਟੀ ਦੇ ਉੱਤੇ ਬੋਝਾ ਬਣ ਕੇ ਨਹੀਂ ਆਉਂਦੇਗੇ। ਅਗਰ ਅਸੀਂ ਕਮਾਈ ਵਾਲੇ ਮਹਾਤਮਾ ਦੇਖੀਏ, ਸੰਸਾਰ ਦੇ ਵਿੱਚ ਗਿਣਤੀ ਦੇ ਮਿਲਣਗੇ। ਗੁਰੂ ਨਾਨਕ ਸਾਹਿਬ ਕਹਿੰਦੇ, ਕੋਟਨਵੇਂ ਕੋ ਜੋ ਭਜਨ ਰਾਮ ਕੋ ਪਾਵੈ, ਕਰੋੜਾਂ ਦੇ ਵਿੱਚੋਂ ਇੱਕ ਅੱਧਾ ਮਿਲਦਾ ਹੈ ਜਿਸ ਦੀ ਆਤਮਾ ਸਰੀਰ ਨੂੰ ਛੱਡ ਕੇ ਉੱਪਰ ਜਾਂਦੀ ਹੋਵੇ। ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਤੁਸੀਂ ਆਤਮਾ ਦੀ ਕਦਰ ਕਰੋ, ਆਪਣੇ ਆਪ ਤੇ ਰਹਿਮ ਕਰੋ। ਕਦੇ ਵੀ ਤੁਸੀਂ ਦੇਖੋ ਕਿਸੇ ਸਭਾ ਸੁਸਾਇਟੀ ਅਪਣਾ ਕੇ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ। ਪ੍ਰਮਾਤਮਾ ਤਾਂ ਤੁਹਾਡੇ ਅੰਦਰ ਬੈਠਾ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਆ, ਐਸੇ ਮਹਾਤਮਾ ਕੁਝ ਦੇਣ ਵਾਸਤੇ ਆਉਂਦੇ ਆ, ਉਹ ਦਾਤੇ ਬਣ ਕੇ ਆਉਂਦੇ ਆ, ਮੰਗਤੇ ਬਣ ਕੇ ਨਹੀਂ ਆਉਂਦੇਗੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਆਪ ਕਹਿਣ ਲੱਗਿਆ, ਆਪਣੀ ਆਤਮਾ ਤੋਂ ਸਾਰੇ ਗੁਲਾਫ ਲੈ ਕੇ ਲਾ ਕੇ 10ਵੇਂ ਦੁਆਰ ਦੇ ਵਿੱਚ ਪਹੁੰਚ, ਉੱਥੇ ਜੋ ਧੂੜੀ ਹੈ, ਕਿਆ ਉੱਥੋਂ ਦਾ ਜੋ ਅੰਮ੍ਰਿਤ ਹੈ, ਉਹਦੇ ਵਿੱਚ ਜਾ ਕੇ ਇਸ਼ਨਾਨ ਕਰ, ਫਿਰ ਤੇਰੇ ਜੰਮਣ ਮਰਨ ਦੀ ਜਿਹੜੀ ਮੈਲ ਹੈ ਖਤਮ ਹੋ ਜਾਏਗੀ। ਤੁਲਸੀ ਸਾਹਿਬ ਵੀ ਕਹਿੰਦੇ ਆ, ਛਿਨ ਛਿਨ ਸੁਰਤ ਸੰਭਾਰ ਲਾਰ ਦਿਰ ਕੇ ਗਹੋ, ਤਨ ਮਨ ਦਰਪਨ ਮਾਂਜ ਸਾਜ ਸੁਰਤ ਸੇ ਗਹੋ, ਲਗਨ ਲਗੇ ਲਖ ਸਾਰ ਤਬ ਪਾਇਆ, ਅਰੇ ਹਾਰੇ ਸੰਤ ਚਰਨ ਕੀ ਧੂੜ ਨੂਰ ਦਰਸਾਇਆ। ਆਪ ਕਹਿਣ ਲੱਗੇ, ਤੁਸੀਂ ਸਿਮਰਨ ਦੇ ਜ਼ਰੀਏ ਕੀ ਕਰੋ, ਵਾਰ-ਵਾਰ ਆਪਣੇ ਖਿਆਲ ਨੂੰ ਇਸ ਤੀਸਰੇ ਤਿਲ ਦੇ ਉੱਤੇ ਲਿਆਓ। ਇਸ ਨੂੰ ਕੋਈ ਮਹਾਤਮਾ ਥਰਡ ਆਈ ਕਹਿੰਦਾ ਹੈ, ਕੋਈ ਸ਼ਿਵ ਨੇਤਰ ਕਹਿੰਦਾ ਹੈ, ਕੋਈ ਤੀਸਰੀ ਅੱਖ ਵੀ ਕਹਿੰਦਾ ਹੈ। ਕਹਿਣ ਲੱਗੇ, ਇਸ ਜਗ੍ਹਾ ਲਿਆਓ। ਜਦ ਇੱਥੋਂ ਲਿਆਓਗੇ ਤੁਹਾਡਾ ਬੂਹਾ ਖੁੱਲ ਜਾਏਗਾ, ਕਿਉਂਕਿ ਸਾਡੇ ਸਫ਼ਰ ਦਾ ਇਹ ਇੱਥੋਂ ਹੀ ਸ਼ੁਰੂ ਹੁੰਦਾ ਹੈ। ਸੋ ਆਪ ਕਹਿਣ ਲੱਗੇ, ਜਦ ਤੁਹਾਨੂੰ ਉਹ ਸੰਤਾਂ ਮਹਾਤਮਾ ਦੀ ਧੂੜੀ ਮਿਲ ਜਾਵੇਗੀ, ਫਿਰ ਕੀ ਹੋਏਗਾ, ਤੁਹਾਡੀ ਅੰਦਰਲੀ ਅੱਖ ਖੁੱਲ ਜਾਏਗੀ, ਤੁਹਾਡੇ ਅੰਦਰਲੇ ਕੰਨ ਖੁੱਲ ਜਾਣਗੇ।
ਅੰਦਰਲੇ ਕੰਨ ਖੁੱਲਣ ਤੋਂ ਕੀ ਫਾਇਦਾ ਹੋਏਗਾ, ਅੱਖ ਖੁੱਲਣ ਤੋਂ ਕੀ ਫਾਇਦਾ ਹੋਏਗਾ ਕਿ ਸਾਡੇ ਅੰਦਰੋਂ ਨੂਰ ਪ੍ਰਕਾਸ਼ ਨੂੰ ਦੇਖ ਸਕਾਂਗੇ ਜੋ ਕਿ ਪ੍ਰਮਾਤਮਾ ਦਾ ਹੈ, ਜੋ ਪ੍ਰਮਾਤਮਾ ਦੀ ਆਵਾਜ਼ ਸੱਚਖੰਡ ਤੋਂ ਉੱਠ ਰਹੀ ਹੈ, ਜਿਸ ਨੂੰ ਗੁਰੂ ਨਾਨਕ ਨੇ ਰੱਬੀ ਬਾਣੀ ਧੁਰ ਕੀ ਬਾਣੀ ਕਰਕੇ ਬਿਆਨ ਕੀਤਾ ਹੈ। ਆਪ ਕਹਿੰਦੇ ਪੂਰੇ ਗੁਰ ਕੀ ਬਾਣੀ ਸਭ ਮਾਹੇ ਸਮਾਣੀ, ਆਪ ਸੁਣੀ ਤਾਂ ਆਪ ਵਖਾਣੀ। ਉਹ ਬਾਣੀ ਜਿਸ ਦਾ ਗੁਰੂ ਨਾਨਕ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਸਾਰਿਆਂ ਦੇ ਅੰਦਰ ਸਮਾਈ ਹੋਈ ਹੈ। ਉਹ ਖੁਦ ਮਹਾਤਮਾ ਬਾਣੀ ਸੁਣਦੇ ਆ, ਸਾਨੂੰ ਉਸ ਬਾਣੀ ਦੇ ਨਾਲ ਜੋੜ ਦਿੰਦੇ ਹੈ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਘਟ ਅੰਤਰੇ ਸੱਚੀ ਬਾਣੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਆਉਂਦਾ ਹੈ ਕਿ ਜਿਸ ਬਾਣੀ ਨੂੰ ਤੁਸੀਂ ਪਕੜ ਕੇ ਮੁਕਤ ਹੋਣਾ ਹੈ, ਉਹ ਤੁਹਾਡੇ ਭਾਈ ਸਰੀਰ ਦੇ ਅੰਦਰ ਹੈ, ਤੁਹਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਸੋ ਇਸ ਵਾਸਤੇ ਅਸੀਂ ਬਾਹਰ ਬਾਣੀ ਕਿਉਂ ਪੜ੍ਹਦੇ ਹਾਂ, ਇਹ ਬੜੀ ਸੋਚ ਸਮਝਣ ਦੀ ਗੱਲ ਹੈ, ਕਿਉਂਕਿ ਬਾਹਰਲੀ ਬਾਣੀ ਸਾਡੇ ਅੰਦਰ ਬਿਰੇ ਔਰ ਤੜਫ ਪੈਦਾ ਕਰਦੀ ਹੈ। ਅਗਰ ਆਪਾਂ ਬਾਹਰਲੀ ਬਾਣੀ ਨੂੰ ਨਾ ਪੜ੍ਹੀਏ ਅਸੀਂ ਕਾਮਯਾਬ ਹੀ ਨਹੀਂ ਹੋ ਸਕਦੇ, ਸਾਨੂੰ ਅੰਦਰਲੀ ਬਾਣੀ ਦਾ ਪਤਾ ਹੀ ਨਹੀਂ ਲੱਗਦਾਗਾ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਕਿਆ ਜਿਹੜੀ ਬਾਣੀਆਂ ਦੀ ਉੱਪਰ ਬਾਣੀ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ। ਲੇਕਿਨ ਅਸੀਂ ਜਿਸ ਤਰੀਕੇ ਨਾਲ ਪੜ੍ਹਦੇ ਹਾਂ, ਅਸੀਂ ਤਾਂ ਸੈਰੇਮਨੀ ਬਣਾਈ ਹੋਈ ਹੈ। ਭਾਈ ਵਿਚਾਰਾ ਘਰੇ ਪੜ੍ਹ ਰਿਹਾ ਹੁੰਦਾ ਹੈ, ਅਸੀਂ ਖੇਤਾਂ 'ਚ ਜਾਂ ਸਿਨੇਮਿਆਂ 'ਚ ਫਿਰਦੇ ਹੁੰਦੇ ਆ। ਸੋਚ ਕੇ ਦੇਖ ਲਓ ਤੁਸੀਂ, ਸਾਨੂੰ ਕੀ ਪਤਾ ਹੈ ਕਿ ਗੁਰੂ ਨਾਨਕ ਨੇ ਸਾਨੂੰ ਕੀ ਸਮਝਾਇਆ ਹੈ। ਅਗਰ ਅਸੀਂ ਕੋਲੇ ਬੈਠ ਕੇ ਸੁਣੀਏ ਜਾਂ ਖੁਦ ਪੜ੍ਹੀਏ, ਸਾਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਸਾਡੇ ਅੰਦਰ ਕਿਹੜੀਆਂ ਕਮੀਆਂ ਬਿਆਨ ਕਰਦੇ ਆ, ਅਸੀਂ ਕਿਹੜੀ ਕਮੀ ਅਪਣਾਈ ਬੈਠੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ। ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਆ, ਕੀ ਕਰੋ ਤੁਸੀਂ ਮਾਘ ਦੇ ਮਹੀਨੇ ਦੇ ਵਿੱਚ, ਕਿਆ ਇਹ ਨया ਜਨਮ ਆ ਚੁੱਕਿਆ ਹੈ। ਇਸ ਨਏ ਜਨਮ ਦੇ ਵਿੱਚ ਜੋ ਪ੍ਰਮਾਤਮਾ ਨੇ ਮਿਹਰ ਕਰਕੇ ਦਿੱਤਾ ਹੈ, ਕੀ ਕਰੋ ਆਪਣੇ ਵਕਤ ਨੂੰ ਖਰਾਬ ਨਾ ਕਰੋ, ਕਿਸੇ ਐਸੇ ਮਹਾਤਮਾ ਨੂੰ ਮਿਲੋ ਜਿਸ ਨੇ ਜ਼ਿੰਦਗੀ ਦੇ ਵਿੱਚ ਮਸਲਾ ਹੱਲ ਕੀਤਾ ਹੋਇਆ ਹੈ। ਉਹ ਤੁਹਾਡੀ ਜ਼ਿੰਦਗੀ ਦਾ ਵੀ ਮਸਲਾ ਹੱਲ ਕਰ ਸਕਦਾ ਹੈ। तो 10वें द्वार ਦੇ ਵਿੱਚ ਪਹੁੰਚੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਮਤ ਕੀ ਚੀਜ਼ ਹੈ ਜੀ। ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਹੁਣ ਜਦ ਸਾਡੀ ਆਤਮਾ ਇਹ ਤਿੰਨੇ ਪਰਦੇ ਲਾ ਕੇ ਉੱਪਰ ਜਾਂਦੀ ਹੈ, ਨਾਮ ਦੀ ਧੁਨੀ, ਨਾਮ ਉਹ ਸਾਡੇ ਅੰਦਰ ਆਪਣੇ ਆਪ ਹੀ ਗੂੰਜਣ ਲੱਗ ਜਾਂਦਾ ਹੈ, ਕਿਉਂਕਿ ਉਹ ਉੱਪਰ ਤੋਂ ਆਵਾਜ਼ ਸਭ ਦੇ ਇੱਥੇ ਮੱਥੇ ਦੇ ਪਿੱਛੇ ਧੁਨਕਾਰਾਂ ਦੇ ਰਹੀ ਹੈ। ਉੱਥੇ ਕਿਸੇ ਕੌਮ ਦਾ ਸਵਾਲ ਨਹੀਂ, ਮਜ਼ਹਬ ਦਾ ਸਵਾਲ ਨਹੀਂ, ਕਿਸੇ ਵੀ ਮੁਲਕ ਦਾ ਸਵਾਲ ਨਹੀਂ। ਹਿੰਦੂ ਹੋ ਕੇ ਉਸ ਆਵਾਜ਼ ਨੂੰ, ਉਸ ਬਾਣੀ ਨੂੰ ਪੜ੍ਹੇ ਸੁਣੇ, ਆਪ ਕਹਿਣ ਲੱਗੇ ਉਹ ਮੁਕਤ ਹੋ ਸਕਦਾ ਹੈ। ਮੁਸਲਮਾਨ ਉਸ ਬਾਣੀ ਨੂੰ ਸੁਣੇ, ਉਹ ਵੀ ਮੁਕਤ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਖੱਤਰੀ ਸ਼ੂਦਰ ਵੈਸ਼ ਬ੍ਰਾਹਮਣ ਉਪਦੇਸ਼ ਚੌਂ ਵਰਨਾਂ ਨੂੰ ਸਾਂਝਾ। ਚੌਹਾਂ ਵਰਨਾਂ ਵਿੱਚ ਸਾਰੀ ਦੁਨੀਆ ਆ ਜਾਂਦੀ ਹੈ। ਉਹ ਕਹਿੰਦੇ ਸਾਡਾ ਉਪਦੇਸ਼ ਸਾਰੇ ਆਲਮ ਨੂੰ ਇੱਕੋ ਹੀ ਹੈ। ਉਹ ਕੀ ਉਪਦੇਸ਼ ਹੈ? ਆਪ ਕਹਿੰਦੇ ਗੁਰਮੁਖ ਨਾਮ ਜਪੈ ਉਦਰਾ ਕਲਮੇ ਨਾਨਕ ਘਟ ਘਟ ਮਾਂਝਾ। ਕਿਆ ਉਹ ਨਾਮ ਦੇ ਭੰਡਾਰੀ ਗੁਰਮੁਖ ਬਣ ਕੇ ਆਉਂਦੇ ਆ? ਜਿਹੜਾ ਉਹਨਾਂ ਦਾ ਦਿੱਤਾ ਹੋਇਆ ਨਾਮ ਜਪਦਾ ਹੈ, ਆਪ ਕਹਿਣ ਲੱਗੇ ਉਹ ਮੁਕਤ ਹੋ ਜਾਂਦਾ ਹੈ, ਕਿਉਂਕਿ ਉਹ ਨਾਮ ਨਾ ਹਿੰਦੀ 'ਚ ਲਿਖਣ ਵਿੱਚ ਆਉਂਦਾ, ਨਾ ਪੰਜਾਬੀ 'ਚ, ਨਾ ਉਹ ਕਿਸੇ ਸੰਸਕ੍ਰਿਤ ਦੇ ਵਿੱਚ ਲਿਖਣ ਦੇ ਆਉਂਦਾ ਹੈ। ਆਪ ਕਹਿਣ ਲੱਗੇ ਉਹ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਬੋਲੀ ਭਾਸ਼ਾ ਹੈ। ਪਿਆਰ ਦੇ ਨਾਲ ਜੋ ਵੀ ਉਸ ਦੇ ਨਾਲ ਆਪਣੀ ਆਤਮਾ ਨੂੰ ਜੋੜਦਾ ਹੈ, ਉਹ ਜਿੱਥੋਂ ਆਵਾਜ਼ ਆਉਂਦੀ ਹੈ ਉਹ ਪਰਮਾਤਮਾ ਦੀ ਆਵਾਜ਼ ਹੈ, ਉੱਥੇ ਜਾ ਕੇ ਉਹ ਪਹੁੰਚ ਜਾਂਦਾ ਹੈ। ਇਸ ਵਾਸਤੇ ਆਪ ਕਹਿੰਦੇ ਆ, ਜਦ ਇੱਥੇ ਜਾਏਗਾ ਤੇਰੇ ਅੰਦਰ ਉਹ ਆਵਾਜ਼ ਆਏਗੀ ਸਭਨਾਂ ਨੂੰ ਕਰਦਾਨ। ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਦ ਇਹ ਆਤਮਾ ਉੱਪਰ ਜਾਂਦੀ ਹੈ, ਇਹਦੇ ਅੰਦਰ ਦਇਆ ਉੱਠਦੀ ਹੈ, ਫਿਰ ਉਹ ਆ ਕੇ ਸਾਨੂੰ ਦਾਨ ਕਰਦੇ ਹੈ। ਗੁਰੂ ਦੇ ਦਾਨ ਦੇ ਬਰਾਬਰ ਕੋਈ ਵੀ ਦੁਨੀਆ ਦਾ ਦਾਨ ਨਹੀਂ ਹੁੰਦਾਗਾ, ਕਿਉਂਕਿ ਜਿਤਨੇ ਵੀ ਦੁਨੀਆ ਦੇ ਦਾਨ ਹੈ ਇਹ ਸਾਰੇ ਨਾਸ ਹੋਣ ਵਾਲੇ ਹੈ, ਫਨਾਹ ਹੋਣ ਵਾਲੇ ਹੈ। ਲੇਕਿਨ ਇਹ ਵੀ ਜਿਸ ਤਰੀਕੇ ਨਾਲ ਅਸੀਂ ਲੋਕ ਦਾਨ ਕਰਦੇ ਹਾਂ, ਸਾਨੂੰ ਪਤਾ ਹੀ ਹੈ ਕਿ ਅਸੀਂ ਅਗਰ ਭੁੱਲ ਭੁਲੇਖੇ ਕਿਸੇ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਦਾਨ ਕਰ ਦਈਏ ਜਾਂ ਚਰਚ ਦੇ ਵਿੱਚ ਕਰ ਦਈਏ, ਉੱਥੇ ਕਹਿੰਦੇ ਆ ਜੀ ਸਾਡੇ ਨਾਮ ਦਾ ਪੱਥਰ ਲੱਗ ਜਾਵੇ, ਜਾਂ ਅਖਬਾਰਾਂ ਦੇ ਵਿੱਚ ਅਸੀਂ ਬਿਆਨ ਕਰਦੇ ਹਾਂ ਕਿ ਅਸੀਂ ਇੰਨਾ ਦਾਨ ਕੀਤਾ ਹੈ। ਸੋਚ ਕੇ ਦੇਖ ਲਓ, ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਗੁਰੂ ਨਾਨਕ ਸਾਹਿਬ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉ ਕੁੰਚਰ ਸਿਨਾਨ।
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਜਿਹੜੇ ਲੋਕ ਅਸੀਂ ਇਸ ਤਰ੍ਹਾਂ ਕਰਕੇ ਦਾਨ ਕਰਦੇ ਹਾਂ ਉਹ ਇਸ ਤਰ੍ਹਾਂ ਹੈ ਜਿਵੇਂ ਅੱਛਾ ਪਲਾ ਬਣਾ ਕੇ ਉੱਤੇ ਸੁਆਹ ਦਾ ਧੂੜਾ ਦੇ ਲੈਂਦੇ ਹੈ। ਉਸ ਪਰਮਾਤਮਾ ਨੇ ਸਾਨੂੰ ਕੀ ਨਹੀਂ ਦਿੱਤਾ? ਆਪਦੇ ਰਹਿਣ ਦੀ ਧਰਤੀ ਦਿੱਤੀ, ਅੰਨ ਧਨ ਔਲਾਦ ਚੰਗੀ ਸਿਹਤ ਦਿੱਤੀ। ਉਹਨੇ ਕਿਤਨਾ ਅਖਬਾਰਾਂ ਦੇ ਵਿੱਚ ਕੱਢਿਆ ਜਾਂ ਸਾਡੇ ਉੱਤੇ ਕਿਤਨੇ ਕੁ ਉਸਨੇ ਆਸਾਨ ਕੀਤਾ ਕਿ ਮੈਂ ਤੁਹਾਨੂੰ ਦੇਣ ਲੱਗਿਆ ਹੈ। ਸੋਚ ਕੇ ਦੇਖ ਲਓ, ਕਿਆ ਉਸੇ ਦਾ ਹੀ ਸਭ ਕੁਝ ਹੈ? ਅਸੀਂ ਉਹਦੇ ਦੇਣ ਲੱਗੇ ਕਿਤਨੇ ਕਿਤਨੇ ਅਡੰਬਰ ਕਰਦੇ ਹਾਂ। ਮਹਾਤਮਾ ਸਾਨੂੰ ਦੱਸਦੇ ਹੈ ਇਹ ਹੰਕਾਰ ਹੈ, ਕਿਉਂਕਿ ਹੰਕਾਰ ਪਿੱਛਾ ਨਹੀਂ ਛੱਡਦਾਗਾ। ਮੈਂ ਹਮੇਸ਼ਾ ਦੱਸਦਾ ਹੁੰਦਾ ਹੈ ਕਿ ਅਸੀਂ ਤੀਰਥ ਜਾਂਦੇ ਹਾਂ, ਮਨ ਨਾਲ ਬੈਠਾ ਹੈ, ਉਹ ਕਹਿੰਦਾ ਮੈਂ ਤੀਰਥ ਕਰਿਆ ਆ। ਅਗਰ ਉੱਥੇ ਜਾ ਕੇ ਅਸੀਂ ਕੋਈ ਭੁੱਲ ਭੁਲੇਖੇ ਜਿਹੜੀ ਉੱਥੇ ਸਿੱਖਿਆ ਉਹ ਤਾਂ ਪ੍ਰਾਪਤ ਨਹੀਂ ਕਰਦੇਗੇ। ਮੈਂ ਦੱਸਦਾ ਹੁੰਦਾ ਕਿ ਇੱਕ ਮਹਾਜਨ ਮੇਰੇ ਨਾਲ ਹਰਿਦੁਆਰ ਗਿਆ, ਅਸੀਂ ਗਏ ਸੀ ਹਰਿਦੁਆਰ, ਔਰ ਉਹ ਮੈਨੂੰ ਕਹਿਣ ਲੱਗਾ ਜਦ ਸਾਡਾ ਪਿਤਾ ਸਾਡੀ ਮਾਤਾ ਦੇ ਫੁੱਲ ਪਾਉਣ ਵਾਸਤੇ ਆਇਆ ਸੀ ਉਹ ਬਤਾਊਂ ਛੱਡ ਗਿਆ ਸੀਗਾ, ਕਿ ਮੈਂ ਕੇਲਾ ਛੱਡ ਜਾਵਾਂ? ਮੈਂ ਕਿਹਾ ਵੀ ਇਹ ਸਬਜ਼ੀ ਹੈ, ਅਗਰ ਜੇ ਤੁਸੀਂ ਖਾ ਲਓ ਇਹਦਾ ਕੀ ਹੈ? ਤੂੰ ਛੱਡਣ ਵਾਲੀ ਚੀਜ਼ ਛੱਡ ਗਾ, ਤੂੰ ਜੰਮਣ ਮਰਨ ਛੱਡ, ਸਾਰਿਆਂ ਨੂੰ ਚੰਗੀ ਹੈ। ਕਹਿਣ ਲੱਗਾ ਇਹ ਤਾਂ ਮੈਂ ਛੱਡ ਨਹੀਂ ਸਕਦਾ। ਮੈਂ ਕਿਹਾ ਝੂਠ ਬੋਲਣਾ ਛੱਡ ਦੇ, ਘੱਟ ਤੋਲਣਾ ਛੱਡ ਦੇ। ਕਹਿੰਦਾ ਇਹ ਵੀ ਮੈਂ ਨਹੀਂ ਕਰ ਸਕਦਾ। ਤਾਂ ਮੈਂ ਕਿਹਾ ਵੀ ਹੋਰ ਤੂੰ ਕੀ ਕਰੇਗਾ? ਦੱਸ, ਜੇ ਕੇਲਾ ਖਾ ਲੇਗਾ, ਕੇਲੇ ਦਾ ਕਿਤਨਾ ਕੁ ਪਾਪ ਹੈ? ਸੋ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ, ਆਪ ਕਹਿੰਦੇ ਸਭਨਾਂ ਨੂੰ ਕਰ ਦਾਨ। ਫਿਰ ਮਹਾਤਮਾ ਦੇ ਨਾਮ ਦੇਣ ਦੇ ਵਿੱਚ ਜਿਵੇਂ ਕੁਦਰਤ ਸਾਨੂੰ ਹਵਾ ਪਾਣੀ ਰੋਸ਼ਨੀ ਮੁਫਤ ਦਿੰਦੀ ਹੈ, ਮਹਾਤਮਾ ਵੀ ਆਪਣੀ ਦਾਤ ਇਸ ਸੰਸਾਰ ਵਿੱਚ ਆ ਕੇ ਮੁਫਤ ਲਟਾਉਂਦੇ ਹੈ। ਉਹਨਾਂ ਨੇ ਕੋਈ ਫੀਸ ਨਹੀਂ ਕਿਸੇ ਦੇ ਅੱਗੇ ਰੱਖੀ ਵੀ ਸਾਨੂੰ ਇਹ ਫੀਸ ਦਿਓ, ਉਹ ਤਾਂ ਸਾਡੇ ਮੁਫਤ ਦੇ ਸੇਵਾਦਾਰ ਹੈ। ਲੇਕਿਨ ਸਾਡੀ ਹਾਲਤ ਇਹ ਹੁੰਦੀ ਹੈ, ਆਮ ਤੌਰ ਦੇ ਉੱਤੇ ਮਿਸਾਲ ਦਿੱਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਕੋਈ ਜੱਟ ਸੌਦਾ ਲੈਣ ਵਾਸਤੇ ਕਿਸੇ ਮਹਾਜਨ ਦੇ ਗਿਆ, ਉਸਨੇ ਸੌਦਾ ਲੈ ਲਿਆ, ਮਹਾਜਨ ਪੈਸੇ ਲੈਣੇ ਭੁੱਲ ਗਿਆ, ਉਹ ਜੱਟ ਗਾਲਾਂ ਨਿਕਾਲਦਾ ਜਾਂਦਾ ਹੈ, ਪਤਾ ਨਹੀਂ ਇਸਨੇ ਕਿੰਨਾ ਕੁ ਖੱਟਿਆ ਹੋਏਗਾ। ਇਹੀ ਹਾਲਤ ਸਾਡੀ ਹੈ। ਅਸੀਂ ਕਹਿੰਦੇ ਅੱਲਾ ਜਿਹੜੇ ਮਹਾਤਮਾ ਮੁਫਤ ਸਤਸੰਗ ਸੁਣਾਉਂਦੇ ਆ, ਕੋਈ ਨਾ ਕੋਈ ਉਹਨਾਂ ਦਾ ਹੋਏਗਾ, ਕੋਈ ਨਾ ਕੋਈ ਉਹਨੇ ਜ਼ਰੂਰ ਹੋਏਗੀ। ਤੁਸੀਂ ਜਰਾ ਆਪ ਸੋਚ ਕੇ ਦੇਖ ਲਓ, ਤੁਸੀਂ ਹੋ ਕੇ ਤਾਂ ਨੇੜੇ ਦੇਖੋ ਵੀ ਅਸੀਂ ਆਹ ਦਿੰਨੇ ਆ ਜਾਂ ਇੱਥੇ ਭਾਂਡੇ ਦਾ ਚੜਾਉਨੇ ਆ, ਤੁਹਾਨੂੰ ਪਤਾ ਲੱਗੇ ਕਿ ਕਿਵੇਂ ਜਾਂਦੇ ਆ ਤੁਹਾਡੇ ਬਰਤਨ ਬਾਹਰ ਨੂੰ। ਇਸ ਵਾਸਤੇ ਮਹਾਤਮਾ ਪਿਆਰ ਦੇ ਨਾਲ ਸਮਝਾਉਂਦੇ ਆ, ਉਹ ਤਾਂ ਦੇਣ ਵਾਸਤੇ ਆਉਂਦੇ ਆ। ਲੇਕਿਨ ਸਾਡੇ ਜਿਹੜੇ ਮਨ ਹੈ ਇਹ ਬੇਇਤਵਾਰੇ ਹੈ, ਇਹ ਹਮੇਸ਼ਾ ਵਾਸਤੇ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ। ਅਸੀਂ ਕਹਿੰਦੇ ਜ਼ਰੂਰ ਹੈ ਕਿ ਅਸੀਂ ਬਾਣੀ ਇੱਥੇ ਵੀ ਪੜ੍ਹ ਸਕਦੇ ਹਾਂ, ਉਹੀ ਬਾਣੀ ਉਹ ਮਹਾਤਮਾ ਸੁਣਾਉਂਦਾ, ਲੇਕਿਨ ਬਾਣੀ ਸੁਣਾਉਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਕਈ ਆਦਮੀ ਬਾਣੀ ਸੁਣਾਉਂਦੇ ਆ ਕਿ ਸਾਡਾ ਰੁਜ਼ਗਾਰ ਅੱਛੀ ਤਰ੍ਹਾਂ ਚੱਲ ਪਵੇ, ਲੇਕਿਨ ਅਜਾਇਬ ਗਰੀਬ ਬਾਣੀ ਸੁਣਾਉਂਦਾ ਹੈ ਕਿ ਸਾਡੀ ਆਤਮਾ ਕਿਸ ਤਰ੍ਹਾਂ ਕਾਲ ਤੋਂ ਛੁੱਟ ਸਕੇ, ਕਿਸ ਤਰ੍ਹਾਂ ਸਾਡੀ ਆਤਮਾ ਉਸ ਪਰਮਾਤਮਾ ਨੂੰ ਮਿਲ ਸਕੇ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਅਸੀਂ ਬਾਣੀ ਨੂੰ ਪੜ੍ਹਦੇ ਨਹੀਂ। ਇਸ ਵਾਸਤੇ ਮਹਾਤਮਾ ਕਹਿੰਦੇ ਆ ਕਿ ਸਭਨਾਂ ਨੂੰ ਕਰਦਾਨ। ਉਹ ਮਹਾਤਮਾ ਆਪ ਆਪਣੀ ਆਤਮਾ ਦਾ ਫਾਇਦਾ ਕਰਕੇ ਜਦ ਪਰਮਾਤਮਾ ਉਹਨਾਂ ਨੂੰ ਭੰਡਾਰੀ ਥਾਪ ਦਿੰਦਾ ਹੈ, ਉਹ ਨਾਮ ਦਾ ਆ ਕੇ ਸਾਨੂੰ ਦਾਨ ਦਿੰਦੇ ਹੈ। ਜਨ ਪਰੋਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸੋ ਲੈਣ ਮਲਾਏ। ਉਹ ਪਰੋਪਕਾਰ ਵਾਸਤੇ ਆਉਂਦੇ ਹੈ। ਕਬੀਰ ਸਾਹਿਬ ਕਹਿੰਦੇ ਆ ਤਰਵਰ ਸਰਵਰ ਸੰਤ ਜਨ ਚੌਥੇ ਬਰਸੇ ਮੇ ਪਰ ਸਵਾਰਥ ਕੇ ਕਾਰਨੇ ਚਾਰੇ ਧਾਰੇ ਦੇ। ਬੱਦਲ ਆਪਣਾ ਪਾਣੀ ਖੁਦ ਨਹੀਂ ਪੀਂਦਾਗਾ, ਦਰਖਤ ਆਪਣਾ ਫਲ ਖੁਦ ਨਹੀਂ ਖਾਂਦਾਗਾ। ਇਸੇ ਤਰ੍ਹਾਂ ਉਹ ਮਹਾਤਮਾ ਸਾਡੇ ਉੱਤੇ ਦਇਆ ਕਰਕੇ ਪ੍ਰਮਾਤਮਾ ਨੇ ਭੇਜੇ ਹੈ ਕਿ ਜਾਓ ਬਈ ਇਹਨਾਂ ਨੂੰ ਜਾ ਕੇ ਸਮਝਾਓ, ਇਹ ਜਿਹੜੀਆਂ ਇਹਨਾਂ ਨੇ ਜਾਤਾਂ ਪਾਤਾਂ ਦੀਆਂ ਵੰਡੀਆਂ ਪਾਈਆਂ ਹੈ, ਇਹ ਗਲਤਫਹਿਮੀ ਕਾਲ ਨੇ ਪਾਈ ਹੈ। ਮਹਾਤਮਾ ਸਾਨੂੰ ਦੱਸਦੇ ਆ, ਤੁਸੀਂ ਸੋਚ ਕੇ ਦੇਖੋ, ਸਾਡਾ ਸਭ ਦਾ ਇੱਕ ਪਿਤਾ ਉਹ ਪ੍ਰਮਾਤਮਾ ਹੈ, ਅਸੀਂ ਸਾਰੇ ਉਹਦੇ ਬੱਚੇ ਹਾਂ, ਸਾਰਿਆਂ ਦੇ ਹੱਥ ਕੰਨ ਨੱਕ ਵਗੈਰਾ ਇੱਕੋ ਜਿਹੀ ਹੈ, ਇੱਕੇ ਤਰੀਕੇ ਨਾਲ ਜਨਮ ਲੈਂਦੇ ਹੈ, ਇੱਕੇ ਤਰੀਕੇ ਨਾਲ ਸਾਨੂੰ ਮੌਤ ਆਉਂਦੀ ਹੈ। ਦੇਸਾਂ ਦਾ ਰਿਵਾਜ ਹੈ, ਕੋਈ ਮਿੱਟੀ ਦੇ ਵਿੱਚ ਦਫਨਾ ਜਾਂਦਾ ਹੈ, ਕੋਈ ਇਸ ਨੂੰ ਸਾੜ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਜਬ ਜਰੀ ਹੈ ਤਬ ਹੋਏ ਭਸਮ ਦਾ ਰਹਿ ਕਿਰਮ ਦਲ ਖਾਈ। ਆਪ ਕਹਿੰਦੇ ਜੇ ਤਾਂ ਜਾਰ ਦਿੰਨੇ ਆ ਤਾਂ ਭਸਮ ਦੀ ਇੱਕ ਮੁੱਠ ਬਣ ਜਾਂਦੀ ਹੈ, ਅਗਰ ਇਸ ਨੂੰ ਦਫਨਾ ਦਿੰਨੇ ਆ ਤਾਂ ਦਲਾਂ ਦੇ ਦਾਲੇ ਕੀੜਿਆਂ ਦੇ ਪੈ ਜਾਂਦੇ ਆ, ਉਹ ਜਲਦੀ ਖਤਮ ਕਰ ਜਾਂਦੇ ਹੈ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ। ਮਹਾਤਮਾ ਸਾਡੇ ਉੱਤੇ ਦਇਆ ਕਰਕੇ ਨਾ ਤਾਂ ਉਹ ਸਾਨੂੰ ਧਨੀ ਸਮਝ ਕੇ ਨਾਮ ਦਿੰਦੇ ਆ, ਨਾ ਗਰੀਬ ਕਰਕੇ ਭਰੇ ਸਾਨੂੰ ਰੱਖਦੇ ਹੈ। ਮਹਾਤਮਾ ਨੂੰ ਜਨਮਾਂ ਜਨਮਾਤਰਾਂ ਦਾ ਗਿਆਨ ਹੁੰਦਾ ਹੈ। ਉਹ ਜਦੋਂ ਵੀ ਜੀਵ ਆਉਂਦਾ ਹੈ ਉਹ ਉਸ ਨੂੰ ਅੱਛੀ ਤਰ੍ਹਾਂ ਦੇਖ ਲੈਂਦੇ ਆ ਕਿ ਕਾਲ ਦਾ ਕਰਜ਼ ਇਹਦੇ ਜੁਮੇ ਕਿਤਨਾ ਕੁ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਤਨੀਆਂ ਕਿਤਨੀਆਂ ਜੂਨਾਂ ਦੇ ਵਿੱਚ ਠੇਡੇ ਖਾ ਕੇ ਆਇਆ ਹੈ। ਜਿਵੇਂ ਕੋਈ ਕੁੱਤੇ ਹੈ ਬਾਜ਼ਾਰਾਂ ਵਿੱਚ ਫਿਰਦੇ ਆ, ਗਲੀਆਂ 'ਚ ਪਿੰਡਾਂ 'ਚ ਫਿਰਦੇ ਆ, ਜਿਹੜੇ ਸ਼ਾਹੂਕਾਰ ਲੋਕ ਉਹਨਾਂ ਨੂੰ ਖਾਣਾ ਪਾਉਂਦੇ ਹੈ, ਉਹਨਾਂ ਨੇ ਉਹਨਾਂ ਤੋਂ ਕੀ ਲੈਣਾ ਕੁੱਤਿਆਂ ਤੋਂ। ਸਿਰਫ ਉਹਨਾਂ ਦੇ ਦਿਲ ਅੰਦਰ ਰਹਿਮ ਦਿਲੀ ਆਈ ਹੁੰਦੀ ਹੈ ਬਈ ਇਹ ਕੋਈ ਕਾਰੋਬਾਰ ਤਾਂ ਕਰ ਨਹੀਂ ਸਕਦੇਗੇ, ਇਹ ਵਿਚਾਰੇ ਭੁੱਖੇ ਹੈ, ਉਹ ਉਹਨਾਂ ਤੇ ਤਰਸ ਖਾ ਕੇ ਖਾਣਾ ਪਾਉਂਦੇ ਹੈ। ਇਸੇ ਤਰ੍ਹਾਂ ਮਾਲਕ ਦੇ ਪਿਆਰੇ ਸਾਥੋਂ ਕੋਈ
ਉਹ ਮਨ ਵਡਿਆਈ ਨਹੀਂ ਚਾਹੁੰਦੇਗੇ, ਕੋਈ ਦੁਨੀਆ ਦੀ ਧਨ ਦੌਲਤ ਨਹੀਂ ਚਾਹੁੰਦੇਗੇ। ਉਹ ਸਾਡੇ ਉੱਤੇ ਉਸੇ ਤਰ੍ਹਾਂ ਉਪਕਾਰ ਕਰਦੇ ਆ। ਉਹਨਾਂ ਨੂੰ ਪਤਾ ਹੈ ਕਿ ਇੱਕ ਨਾਮ ਤੋਂ ਬਗੈਰ ਇਹ ਕਿਸ ਤਰ੍ਹਾਂ ਲੋਕ ਜੰਮਣ ਮਰਨ ਦੇ ਦੁੱਖਾਂ 'ਚ ਪਏ ਹੈ। ਹਰ ਮੌਤ ਤੋਂ ਬਾਅਦ ਕੀ ਹਾਲਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਅਜਰਾਈਲ ਫਰੇਸਤਾ ਹੋਸੀ ਆਈ ਤਈ, ਆਵਣ ਜਾਣ ਨ ਸੁਝੀ ਭੀੜੀ ਗਲੀ ਪਈ। ਆਪ ਕਹਿਣ ਲੱਗੇ ਬੜਾ ਤੰਗ ਰਸਤਾ ਹੈ ਜਿਹਦੇ ਵਿੱਚ ਤੁਸੀਂ ਲੰਘਣਾ ਹੈ, ਮਨ ਹਾਥੀ ਹੋਇਆ ਬੈਠਾ ਹੈ। ਕਿਆ ਮੇਰੀ ਕੌਮ, ਮੈਂ ਆਲਮ, ਮੈਂ ਫਾਜ਼ਲ, ਮੈਂ ਹੀ ਜੋ ਕੁਛ ਹੈ, ਇਹ ਕੀਆ ਹਉਮੈ ਹੈ, ਉੱਥੋਂ ਦੇ ਲੰਘ ਨਹੀਂ ਸਕਦਾਗਾ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਸੰਤ ਮਹਾਤਮਾ ਨਾਮ ਦੇ ਜ਼ਰੀਏ ਇਸ ਨੂੰ ਮਹੀਨ ਕਰਕੇ ਟਪਾਲ ਜਾਂਦੇ ਹੈ। ਸੋ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਮਹਾਤਮਾ ਗੁਰੂ ਸਾਹਿਬ ਕਹਿੰਦੇ ਆ ਕਿ ਦਇਆ ਕਰਕੇ ਨਾਮਦਾਨ ਦਿੰਦੇ ਹੈ ਜੀ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਹੁਣ ਆ ਪਿਆਰ ਦੇ ਨਾਲ ਸਮਝਾਉਂਦੇ ਆ ਨਾਮ ਦੀ ਕਮਾਈ ਦਾ ਕੀ ਫਾਇਦਾ ਹੋਏਗਾ। ਜੋ ਜਨਮਾਂ ਜਨਮਾਤਰਾਂ ਦੀ ਸਾਡੀ ਆਤਮਾ ਤੇ ਮੈਲ ਲੱਗੀ ਪਈ ਹੈ, ਜਿਹੜੀ ਆਪਣੇ ਆਪ ਨੂੰ ਸੋਚਣ ਤੱਕ ਵੀ ਨਹੀਂ ਦਿੰਦੀਗੀ, ਜਿਸ ਗੁਮਾਨ ਕਰਕੇ ਅਸੀਂ ਮਹਾਤਮਾ ਦੀ ਸ਼ਰਨ ਵਿੱਚ ਨਹੀਂ ਜਾਂਦੇਗੇ, ਫਾਇਦਾ ਨਹੀਂ ਉਠਾਉਂਦੇਗੇ। ਅਸੀਂ ਕਹਿੰਦੇ ਆ ਐਡਾ ਪੜ੍ਹਿਆ ਲਿਖਿਆ ਹੈ, ਮਹਾਤਮਾ ਮਗਰ ਤੁਰਿਆ ਫਿਰਦਾ ਹੈ। ਲੇਕਿਨ ਤੁਸੀਂ ਸੋਚ ਕੇ ਦੇਖ ਲਓ, ਬੜੇ ਬੜੇ ਰਾਜੇ ਮਹਾਰਾਜੇ ਮਹਾਤਮਾ ਦੇ ਸ਼ਰਨ ਦੇ ਵਿੱਚ ਆ ਕੇ ਆਪਣਾ ਫਾਇਦਾ ਉਠਾ ਜਾਂਦੇ ਹੈ। ਕਿਆ ਇਹ ਪ੍ਰਮਾਤਮਾ ਨੇ ਆਪਦੇ ਹੱਥ ਵਿੱਚ ਰੱਖਿਆ ਹੈ ਕਿ ਇਹਨੂੰ ਮੈਂ ਸੰਸਾਰ ਵਿੱਚ ਅਜੇ ਧੱਕੇ ਖਵਾਉਣੇ ਹੈ, ਕਿਸ ਦੀ ਆਤਮਾ ਨੂੰ ਆਪਣੇ ਨਾਲ ਮਿਲਾਉਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ੍ਹਾਂ ਧੁਰੋਂ ਪਿਆ ਸੰਜੋਗ। ਸਿਰਫ ਗੁਰੂ ਉਹਨਾਂ ਹੀ ਲੋਕਾਂ ਨੂੰ ਮਿਲਾਇਆ ਜਾਂਦਾ ਹੈ ਜਿਨ੍ਹਾਂ ਦਾ ਧੁਰ ਤੋਂ ਸੰਜੋਗ ਹੁੰਦਾ ਹੈ। ਅਗਰ ਪ੍ਰਮਾਤਮਾ ਮਿਹਰ ਨਾ ਕਰੇ, ਭਾਵੇਂ ਉਹ ਮਹਾਤਮਾ ਘਰੇ ਆ ਕੇ ਵੀ ਕਿਉਂ ਨਾ ਰਹਿਣ ਲੱਗ ਜਾਵੇ, ਘਰੇ ਪੈਦਾ ਵੀ ਕਿਉਂ ਨਾ ਹੋ ਜਾਵੇ, ਅਸੀਂ ਉਸ ਤੇ ਇਤਬਾਰ ਹੀ ਨਹੀਂ ਕਰ ਸਕਦੇਗੇ। ਬਲਕਿ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਵੈਦ ਵਕੀਲ ਸੰਤ ਸਰਦਾਰੇ, ਪਿੰਡ ਵਿੱਚ ਮਾਨ ਨਾ ਪਾਉਂਦੇ ਚਾਰੇ। ਨਾਨਕ ਦਾਦਕ ਤੇ ਘਰ ਬਾਲੀ, ਇਹ ਵੀ ਰਹਿਣ ਸਾਥ ਤੋਂ ਖਾਲੀ। ਅਸੀਂ ਲੋਕ ਫਾਇਦਾ ਨਹੀਂ ਉਠਾਉਂਦੇ। ਕੋਲਲੇ ਰਹਿਣ ਵਾਲੇ ਅਸੀਂ ਸੋਚਦੇ ਹਾਂ ਕਿ ਹਾਂ ਦੇਖੀ ਜਾਏਗੀ, ਫਿਰ ਦੇਖ ਲਾਂਗੇ, ਐਂ ਕਰਦੇ ਕਰਦੇ ਵਕਤ ਨੂੰ ਟਪਾ ਜਾਂਦੇ ਹਾਂ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਸਾਡੀ ਜਨਮਾਂ ਜਨਮਾਤਰਾਂ ਦੀ ਜਿਹੜੀ ਮੈਲ ਹੈ ਉਹ ਖਤਮ ਹੋ ਜਾਏਗੀ ਔਰ ਸਾਡੇ ਅੰਦਰੋਂ ਸੱਚਾ ਨਾਮ ਪ੍ਰਗਟ ਹੋ ਜਾਏਗਾ ਜੀ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨ ਸੈ ਲੋਭ ਸੁਆਨ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਸਾਰੀ ਦੁਨੀਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਡਾਕੂਆਂ ਨੇ ਪਰੇਸ਼ਾਨ ਕਰ ਰੱਖੀ ਹੈ। ਜੋ ਕੁਝ ਵੀ ਅਸੀਂ ਇਹ ਸੰਸਾਰ ਨੂੰ ਦੇਖਦੇ ਹਾਂ, ਇਹਨਾਂ ਪੰਜਾਂ ਡਾਕੂ ਜਿਹੜੇ ਹੈ ਇਹ ਇਸ ਵਿਸ਼ੇ ਵਕਾਰਾਂ ਦੇ ਜੰਗਲ ਵਿੱਚ ਪਾਗਲ ਹੋਏ ਫਿਰਦੇ ਹੈ। ਪਾਗਲ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਮ ਤਤਕਾਲ ਦਾ ਪਾਗਲਪਨਾ ਹੁੰਦਾ ਹੈ, ਇਨਸਾਨ ਦੀ ਹੋਸ਼ ਖਤਮ ਕਰ ਦਿੰਦਾ ਹੈ। ਕਿੱਡਾ ਭੈੜਾ ਹੈ, ਕਰਮ ਕਰਕੇ ਬੈਠ ਜਾਂਦਾ ਹੈ। ਕਾਮ ਹਮੇਸ਼ਾ ਬੇਇੱਜ਼ਤੀ ਕਰਾਉਣ ਵਾਸਤੇ ਹੀ ਤੁਲਿਆ ਹੁੰਦਾ ਹੈ। ਜਦ ਮੌਕਾ ਲੱਗਦਾ ਹੈ, ਬੜੇ ਬੜੇ ਸਿਆਣਿਆਂ ਦੀ, ਰਿਖੀਆਂ ਮੁਨੀਆਂ ਦੀ ਮਿੱਟੀ ਪਲੀਤ ਕਰ ਦਿੱਤੀ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ। ਆਮ ਤੌਰ ਦੇ ਉੱਤੇ ਮਹਾਰਾਜ ਸਾਵਣ ਸਿੰਘ ਇਹਨਾਂ ਲੋਕਾਂ ਦੀ ਹਿਸਟਰੀ ਸੁਣਾਉਂਦੇ ਹੁੰਦੇ ਸੀਗੇ ਕਿ 88,000 ਵਰਾ ਤਪ ਪਾਰਾਸੁਰ ਨੇ ਕੀਤਾ। ਯੋਗੀ ਹੋ ਕੇ ਘਰ ਨੂੰ ਆ ਰਿਹਾ ਸੀਗਾ, ਰਸਤੇ ਦੇ ਵਿੱਚ ਨਦੀ ਪੈਂਦੀ ਸੀਗੀ ਔਰ ਕੀ ਕਰਦਾ ਹੈ ਕਿ ਮਲਾਹ ਖਾਣਾ ਖਾਂਦਾ ਹੈ। ਉਹ ਕਹਿੰਦਾ ਮੈਂ ਖਾਣਾ ਖਾਣਾ ਹਾਂ। ਲੜਕੀ ਨੇ ਰੱਸਾ ਖੋਲਿਆ, ਹੱਥ ਵਿੱਚ ਚੱਪੂ ਲਿਆ, ਉਧਰ ਗਈ, ਕਹਿਣ ਲੱਗੀ ਆਓ ਮਹਾਰਾਜ ਬੇੜੀ ਦੇ ਉੱਤੇ ਸਵਾਰ ਹੋ, ਮੈਂ ਤੁਹਾਨੂੰ ਲੈ ਜਾਨੀ ਹੈ। ਹੁਣ ਸਾਰੀ ਜ਼ਿੰਦਗੀ ਜੰਗਲਾਂ ਦੇ ਵਿੱਚ ਰਿਹਾ, ਔਰਤ ਦੀ ਕਦੇ ਸ਼ਕਲ ਨਹੀਂ ਦੇਖੀ ਸੀ, ਕਿਉਂਕਿ ਇਹ ਵੀ ਚੇਤਨ ਮਾਇਆ ਲਭਾਉਣੀ ਹੈ, ਲੋਭ ਦੇ ਵਿੱਚ ਪਾ ਲੈਂਦੀ ਹੈ, ਠੱਗ ਲੈਂਦੀ ਹੈ। ਆਖਰ ਉਸ ਨੇ ਬੁਰਾ ਖਿਆਲ ਕੀਤਾ। ਉਹ ਕਹਿਣ ਲੱਗੀ ਦੇਖ ਅਸੀਂ ਮਾਛੀ ਹੁੰਨੇ ਆ, ਮੱਛੀ ਖਾਣ ਵਾਲੇ, ਮੇਰੇ ਮੂੰਹ ਦੇ ਵਿੱਚੋਂ ਬਦਬੂ ਆਏਗੀ।
ਹੁਣ ਉੱਥੇ ਮਨ ਨਹੀਂ ਰੋਕਿਆ, ਕਹਿਣ ਲੱਗਾ ਤੂੰ ਜੋਜਨ ਗੰਧਾਰੀ ਹੋ ਜਾ, ਕਿਆ 4-4 ਮੀਲ ਤੇਰੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਆਏ। ਫੇਰ ਕਹਿਣ ਲੱਗੀ ਕਿ ਦੇਖ ਸੂਰਜ ਦੇਵਤਾ ਮੰਦ ਕਰਮਾਂ ਦੀ ਗਵਾਹੀ ਦੇਵੇਗਾ, ਆਪਾਂ ਮੰਦ ਕਰਮ ਕਰਦੇ ਹਾਂ। ਉਸ ਨੇ ਚੁਲੀ ਭਰੀ, ਕਹਿੰਦਾ ਧੁੰਦ ਹੋ ਜਾਵੇ, ਉੱਪਰ ਨੂੰ ਛੱਡ ਦਿੱਤੀ। ਮਨ ਨਹੀਂ ਰੋਕਿਆ, ਕਮਾਈ ਜਾਇਆ ਕੀਤੀ। ਇਸੇ ਤਰ੍ਹਾਂ ਉਹ ਕਹਿੰਦੀ ਦੇਖ ਆਪਾਂ ਮੰਦ ਕਰਮ ਕਰਦੇ ਹਾਂ, ਜਲ ਦੇਵਤਾ ਹੈ, ਲੋਕ ਇਸ ਨੂੰ ਪੂਜਦੇ ਹੈ, ਇਹ ਸਭ ਦੀ ਪਿਆਸ ਬੁਝਾਉਂਦਾ ਹੈ, ਇਸ ਦੇ ਉੱਤੇ ਕੁਕਰਮ ਕਰਨਾ ਅੱਛਾ ਨਹੀਂਗਾ। ਉਹ ਕਹਿੰਦਾ ਬਰੇਤੀ ਹੋ ਜਾਵੇ, ਲੇਕਿਨ ਮਨ ਨਹੀਂ ਰੋਕਿਆ। ਜਿਹੜੀ ਸਾਰੀ ਜ਼ਿੰਦਗੀ ਦੀ ਕਮਾਈ ਕੀਤੀ ਸੀ ਉੱਥੇ ਹੀ ਨਸ਼ਟ ਕਰਿਆ ਆਇਆ। ਇਸ ਵਾਸਤੇ ਕਿਸ ਨੇ ਲੁੱਟਿਆ? ਕਾਮ ਨੇ। ਕਾਮ ਕਿਉਂ ਬਈ? ਉਸਨੇ ਪਾਗਲ ਕਰ ਦਿੱਤਾ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ, ਕਬੀਰ ਸਾਹਿਬ ਕਹਿੰਦੇ ਆ, ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਖੋਏ। ਆਪ ਕਹਿੰਦੇ ਨਾ ਕਾਮੀ ਭਗਤੀ ਕਰ ਸਕਦਾ ਹੈ, ਨਾ ਕ੍ਰੋਧੀ ਕਰ ਸਕਦਾ, ਲਾਲਚੀ ਆਦਮੀ ਆ ਹੀ ਨਹੀਂ ਸਕਦਾਗਾ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਜਦ ਤੁਸੀਂ ਬ੍ਰਹਮ ਦੀ ਹੱਦ ਨੂੰ ਛੱਡ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਓਗੇ, ਇਹ ਜਿਹੜਾ ਤੁਹਾਡੇ ਅੰਦਰ ਲੋਭ ਦਾ ਕੁੱਤਾ ਭੌਂਕਦਾ ਹੈ ਦਿਨ ਰਾਤ, ਇਹ ਟਿਕ ਜਾਵੇਗਾ। ਬਾਬਾ ਬਿਸ਼ਨ ਦਾਸ ਹਮੇਸ਼ਾ ਕਹਿੰਦੇ ਹੁੰਦੇ, ਕਿਉਂਕਿ ਇਹ ਉਹਨਾਂ ਦੀ ਦਇਆ ਸੀ, ਮੈਨੂੰ ਜੋ ਕੁਝ ਵੀ ਮੇਰੀ ਆਮਦਨ ਹੁੰਦੀ ਸੀਗੀ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਰੱਖ ਦਿੰਦਾ ਸੀਗਾ। ਜਿੱਦੇ ਉਹਨਾਂ ਦੀ ਮਰਜ਼ੀ ਹੁੰਦੀ ਭਾਵੇਂ ਉਹ ਸਾਰੀ ਚੁੱਕ ਕੇ ਲਾ ਦਿੰਦੇ, ਕਦੇ ਕਦੇ ਮੈਨੂੰ 5 ਰੁਪਏ ਉਹ ਵਰਤਣ ਵਾਸਤੇ ਦਿੰਦੇ ਸੀਗੇ, ਔਰ ਕਦੇ ਕਦੇ ਇਹ ਕਹਿੰਦੇ ਹੁੰਦੇ ਸੀ ਕੁੱਤਾ ਬੱਧਾ ਹੈ। ਇਸ ਵਾਸਤੇ ਜਿਹੜੀਆਂ ਆਸਾ ਤ੍ਰਿਸ਼ਨਾ ਹੈ ਖਤਮ ਹੋ ਜਾਂਦੀਆਂ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ, ਜਿਹੜਾ ਤੁਹਾਡੇ ਅੰਦਰ ਲੋਭ ਰੂਪੀ ਕੁੱਤਾ ਭੌਂਕਦਾ ਦਿਨ ਰਾਤ, ਤੁਹਾਨੂੰ ਨਾਮ ਦੀ ਤਰਫ ਨਹੀਂ ਆਉਣ ਦਿੰਦਾਗਾ। ਅਸੀਂ ਲੋਭ ਦੇ ਵੱਸ ਹੋ ਕੇ ਕਿੰਨੀਆਂ ਕਿੰਨੀਆਂ ਠੱਗੀਆਂ ਬੇਈਮਾਨੀਆਂ ਕਰਦੇ ਆਂ, ਫਿਰ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਅਸੀਂ ਜੀ ਮਹਾਤਮਾ ਹੈ, ਅਸੀਂ ਬੜੇ ਅੱਛੇ ਆਦਮੀ ਹੈ। ਜਰਾ ਸੋਚ ਕੇ ਅੰਦਰ ਕੰਘੀ ਮਾਰ ਕੇ ਤਾਂ ਦੇਖੋ ਕਿ ਅਸੀਂ ਕੀ ਕਰ ਰਹੇ ਹਾਂ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਨਾ ਕਾਮ ਤੁਹਾਡੇ ਨੇੜੇ ਆਵੇ, ਨਾ ਕ੍ਰੋਧ ਆਵੇ, ਨਾ ਲੋਭ, ਨਾ ਮੋਹ। ਇਹ ਜਿਹੜਾ ਸਵਾਨ ਕੁੱਤਾ ਹੈ ਇਹ ਭੌਂਕਣੋਂ ਹਟ ਜਾਏਗਾ। ਕਿਆ ਤੁਹਾਡੀ ਲੇਵ ਸੱਚੇ ਨਾਮ ਨਾਲ ਲੱਗ ਜਾਏਗੀ ਜੀ। ਕਾਮ ਕ੍ਰੋਧ ਨਾ ਮੋਹੀਐ, ਬਿਨ ਸੈ ਲੋਭ ਸੁਆਨ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਾਨ। ਸਾਨੂੰ ਪਤਾ ਹੀ ਹੈ, ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਾਂ 10 ਗੁਰੂਆਂ ਦੀ, ਕਬੀਰ ਸਾਹਿਬ ਦੀ, ਹੋਰ ਸੰਤ ਕਾਫੀ ਹਿੰਦੁਸਤਾਨ ਦੇ ਵਿੱਚ ਹੋਏ ਹੈ। ਆਪਾਂ ਕਿਉਂ ਆਏ ਸਾਲ ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਦੇ ਦਿਨ ਮਨਾਉਂਦੇ ਆ? ਕਿਉਂਕਿ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ, ਲੋਕਾਂ ਦੇ ਅੰਦਰ ਪਿਆਰ ਪੈਦਾ ਕੀਤਾ, ਹਰ ਸਮਾਜਾਂ ਨੂੰ ਮਿਲਣ ਦਾ ਉਪਦੇਸ਼ ਕੀਤਾ। ਆਪ ਕਹਿਣ ਲੱਗੇ ਉਹਨਾਂ ਦੀ ਤਾਂ ਉਸਤਤ ਕਰਨੀ ਸੀ ਲੋਕਾਂ ਨੇ, ਉਹਨਾਂ ਦੇ ਮਾਤਾ ਪਿਤਾ ਦੀ ਵੀ ਉਸਤਤ ਕੀਤੀ, ਉਹਨਾਂ ਦੇ ਮਾਤਾ ਪਿਤਾ ਨੂੰ ਵੀ ਧੰਨ ਕਿਹਾ। ਤੁਸੀਂ ਦੇਖੋ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਿਕਰ ਆਉਂਦਾ ਹੈ ਉੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਆਪਾਂ ਅੱਛੀ ਨਿਗਾਹ ਨਾਲ ਦੇਖਦੇ ਹਾਂ ਕਿ ਉਹਨਾਂ ਦੇ ਪਿਤਾ ਕਾਲੂ ਸੀ, ਉਹਨਾਂ ਦੀ ਮਾਤਾ ਤ੍ਰਿਪਤਾ ਸੀ। ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਯਾਦ ਕਰਦੇ ਹਾਂ। ਇਸੇ ਤਰ੍ਹਾਂ ਆਪਾਂ ਹੁਣ ਉਸ ਮਹਾਨ ਪੁਰਸ਼ ਦਾ ਭੰਡਾਰਾ ਮਨਾਇਆ ਹੈ। ਕਿਸ ਤਰ੍ਹਾਂ ਤੁਹਾਡੇ ਕੋਲੇ ਇਸ ਪਾਠੀ ਜੀ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਉਦੋਂ ਵੀ ਵੱਧ ਯਾਦ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ, ਧੰਨ ਧੰਨ ਕੁਲ ਧੰਨ ਧੰਨ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਉਹ ਕੁਲ ਹੈ ਜਿਸ ਕੁਲ ਦੇ ਵਿੱਚ ਐਸਾ ਸੂਰਮਾ ਬੱਚਾ ਆਉਂਦਾ ਹੈ। ਧੰਨ ਉਹ ਮਾਂ ਸੀ ਜਿਸ ਦੇ ਕੁੱਖ ਨੂੰ ਉਹਨੇ ਭਾਗ ਲਾ ਦਿੱਤੇ। ਧੰਨ ਧੰਨ ਸਤਿਗੁਰੂ ਜੀ ਨੇ ਨਾਮ ਔਰਾ ਦਿਆ। ਫਿਰ ਧੰਨ ਉਹ ਸੂਰਮੇ ਗੁਰੂ ਦੇ ਜਿਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਕੰਮ ਨਹੀਂ ਲਿਆ, ਨਾਮ ਦੀ ਕਮਾਈ ਕੀਤੀ, ਆਪ ਤਰਿਆ। ਨਾਮ ਦੀ ਕਮਾਈ ਦਾ ਪ੍ਰਮਾਤਮਾ ਨੇ ਕੀ ਇਨਾਮ ਦਿੱਤਾ ਬਈ? ਆਪ ਤਰਿਆ, ਜਿੰਨਾ ਡਿੱਠਾ ਤਿੰਨਾ ਲੈ ਛਡਾਏ। ਆਪ ਕਹਿਣ ਲੱਗੇ ਇਹ ਦਇਆ ਹੋਈ ਪ੍ਰਮਾਤਮਾ ਦੀ ਕਿ ਜਿਨ੍ਹਾਂ ਨੇ ਪਿਆਰ ਨਾਲ ਉਹਦੇ ਇੱਕ ਵਾਰੀ ਦਰਸ਼ਨ ਵੀ ਕਰ ਲਏ, ਉਹਨਾਂ ਦੀ ਮਦਦ ਹੋ ਗਈ, ਉਹਨਾਂ ਨੂੰ ਸਹਾਰਾ ਮਿਲ ਗਿਆ, ਔਰ ਉਹਨਾਂ ਦੀ ਆਤਮਾ ਨੂੰ ਕਾਲ ਨੇ ਪਿੰਜਰੇ ਦੇ ਵਿੱਚ ਨਹੀਂ ਪਾਇਆ ਗਿਆ, ਉਹਨਾਂ ਨੂੰ ਵੀ ਨਿਮਸ਼ਕਾਰ ਕੀਤਾ। ਗੁਰੂ ਸਾਹਿਬ ਕਹਿੰਦੇ ਆ, ਜਗਤ ਪਾਸ ਸੇ ਲੇਤੇ ਦਾਨ ਦੋ, ਗੋਬਿੰਦ ਭਗਤ ਕੋ ਕਰੇ ਸਲਾਮ। ਮਾਲਕ ਦੇ ਪਿਆਰਿਆਂ ਨੂੰ ਕਾਲ ਵੀ ਸਲਾਮ ਕਰਦਾ ਹੈ ਵੀ ਧੰਨ ਹੈ ਜਿਹਨੇ ਸੰਸਾਰ ਦੇ ਵਿੱਚ ਜਾ ਕੇ ਨਾਮ ਦੀ ਕਮਾਈ ਕੀਤੀ। ਇਸ ਵਾਸਤੇ ਆਪ ਕਹਿੰਦੇ ਆ, ਉਸ ਗੁਰੂ ਨੇ ਬੜੀ ਆ ਕੇ ਸਾਡੇ ਤੇ ਦਇਆ ਕੀਤੀ, ਮਿਹਰ ਕੀਤੀ। ਕਬੀਰ ਸਾਹਿਬ ਵੀ ਕਹਿੰਦੇ ਆ, ਜਨਨੀ ਜਨੇ ਤਾਂ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਹੀਂ ਤਾਂ ਜਨਨੀ ਵਾਂਝ ਰਹੇ ਕਾਹੇ ਗਵਾਏ ਨੂਰ। ਆਪ ਕਹਿਣ ਲੱਗੇ, ਸੂਰੀ ਦੇ ਬੱਚੇ ਪੈਦਾ ਕੀਤੇ ਕੀ ਫਾਇਦਾ ਹੋਇਆ?
ਆਪ ਕਹਿਣ ਲੱਗੇ ਉਹ ਵੀ ਗੰਦ ਖਾਂਦੇ, ਅਸੀਂ ਵੀ ਗੰਦ ਹੀ ਖਾਦਾ। ਇਸੇ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਆ। ਮੇਰੀ ਮਾਤਾ ਹਮੇਸ਼ਾ ਵਾਸਤੇ ਬਾਬਾ ਬਿਸ਼ਨ ਦਾਸ ਨੂੰ ਇਹ ਕਹਿੰਦੀ ਹੁੰਦੀ ਸੀ ਜੀ ਇਹ ਇਕੱਲਾ ਹੈ, ਕੀ ਹੋਏਗਾ ਜਾਇਦਾਦ ਦਾ। ਉਹ ਹੱਸਦੇ ਹੁੰਦੇ ਸੀਗੇ ਕਿ ਛੀਣੀ ਦਾ ਪੁੱਤ ਇੱਕ ਹੀ ਕਾਫੀ ਹੁੰਦਾ ਹੈ। ਸੋ ਇਸ ਵਾਸਤੇ ਉਹਨਾਂ ਨੇ ਕਈ ਵਾਰੀ ਕਹਿਣਾ ਕਿ 9 ਖੰਡਵੀਂ ਪ੍ਰਿਥਵੀ ਦੇ ਵਿੱਚੋਂ ਇਸ ਨੂੰ ਦੇਖਣ ਵਾਸਤੇ ਆਇਆ ਕਰਨਗੇ। ਬਾਬਾ ਕਿਰਪਾਲ ਜੀ ਮਹਾਰਾਜ ਨੇ ਵੀ ਇਹੀ ਕਿਹਾ ਸੀ ਕਿ ਇਹ ਚੋਂ ਮਹਿਕ ਆਏਗੀ। ਸੋ ਸੰਤ ਮਹਾਤਮਾ ਸਮਝ ਲੈਂਦੇ ਆ, ਉਹ ਪਹਿਲਾਂ ਤੋਂ ਹੀ ਦੱਸ ਦਿੰਦੇ ਆ ਕਿ ਇਹ ਆ ਹੋਏਗਾ, ਇਹ ਆ ਹੋਏਗਾ। ਜਦ ਪਿਤਾ ਜੀ ਬਾਬਾ ਜੀ ਦੇ ਕੋਲੇ ਗਏ, ਕਹਿਣ ਲੱਗੇ ਜੀ ਇਹ ਘਰ ਦਾ ਕਾਰੋਬਾਰ ਨਹੀਂ ਕਰਦਾਗਾ, ਇਹ ਅੱਖਾਂ ਮੀਚ ਕੇ ਹੀ ਬੈਠਾ ਰਹਿੰਦਾ ਹੈ, ਜਦ ਵੀ ਬੈਠਦਾ ਹੈ ਸਮਾਧੀ ਲਾ ਕੇ ਬੈਠਦਾ ਹੈ। ਉਹ ਹੱਸ ਕੇ ਕਹਿਣ ਲੱਗੇ ਇਹ ਤੁਹਾਡੇ ਵਾਸਤੇ ਨਹੀਂ ਆਇਆ। ਸੋ ਇਸ ਵਾਸਤੇ ਜਦ ਛੋਟੇ ਹੁੰਦੇ ਬਾਣੀ ਪੜ੍ਹਦੇ ਹੁੰਦੇ ਸੀ, ਉਹਦੇ ਵਿੱਚ ਇਹ ਆਉਂਦਾ ਕਿ ਜੋ ਨਾਮ ਦੀ ਕਮਾਈ ਕਰਦਾ 9 ਖੰਡ ਪ੍ਰਿਥਵੀ ਦੇ ਆਦਮੀ ਉਸ ਨੂੰ ਦੇਖਣ ਵਾਸਤੇ ਆਉਂਦੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੈਂ ਸੁਖਮਨੀ ਸਾਹਿਬ ਜਵਾਨੀ ਸੁਣਾ ਦਿੰਦਾ ਹੁੰਦਾ, ਜਵਾਨੀ ਪੜ੍ਹਦਾ ਹੁੰਦਾ ਸੀਗਾ, ਔਰ ਉਹਦੇ ਵਿੱਚ ਆਉਂਦਾ ਸੀ 8 ਪਹਿਰ ਜੋ ਹਰ ਹਰ ਜਪੈ, ਹਰ ਦਾ ਭਗਤ ਪ੍ਰਗਟ ਨਹੀਂ ਛਪੈ। ਦਿਲ ਦੇ ਵਿੱਚ ਖਿਆਲ ਆਉਂਦਾ ਕਿ ਇਹ ਕੀ ਕਹਾਣੀ ਹੈ, ਸਮਝ ਨਾ ਆਉਂਦੀ। ਲੇਕਿਨ ਜਦ ਮੈਂ ਆਪਣੇ ਆਪ ਨੂੰ ਇੱਕ 77 ਆਰਵੀ ਦੇ ਵਿੱਚ ਕੈਦ ਕਰਕੇ ਬੈਠ ਗਿਆ ਕਿ ਮੈਂ ਕਿਸੇ ਦੇ ਮੱਥੇ ਨਹੀਂ ਲੱਗੂੰਗਾ, ਸਿਰਫ ਰਾਤ ਨੂੰ 1 ਘੰਟਾ ਬਾਹਰ ਨਿਕਲੂੰਗਾ 8 ਤੋਂ 9, ਲੇਕਿਨ ਸਾਰੇ ਸੰਸਾਰ ਦੀ ਦੁਨੀਆ ਉਸ ਪਾਸੇ ਨੂੰ ਝੁੱਗੀ ਦੇਖਣਾ ਸ਼ੁਰੂ ਕਰ ਦਿੱਤਾ। ਉਹ ਕੌਣ ਸੀ ਬਈ ਦੱਸ ਪਾਉਣ ਵਾਲਾ? ਮੈਂ ਸਾਰਿਆਂ ਨੂੰ ਪੁੱਛਿਆ, ਦਿੱਲੀ 'ਚ ਵੀ ਜਾ ਕੇ, ਕਿਉਂ ਬਈ ਮੈਨੂੰ ਕੋਈ ਜਾਣਦਾ ਸੀਗਾ? ਅਮਰੀਕਾ 'ਚ ਪੁੱਛਿਆ ਜਦ ਮੈਂ ਗਿਆ, ਕਿਉਂ ਬਈ ਅਮਰੀਕਨੋਂ ਤੁਸੀਂ ਮੈਨੂੰ ਜਾਣਦੇ ਸੀ? ਕੈਨੇਡਾ 'ਚ ਪੁੱਛਿਆ, ਇਸੇ ਤਰ੍ਹਾਂ ਗਾਣਾ ਹੋਰ ਵੀ ਜਿੱਥੇ ਮੈਂ ਗਿਆ ਸੰਸਾਰ ਯਾਤਰਾ ਕਰਨ ਦਾ 2 ਦਫਾ ਮੌਕਾ ਮਿਲਿਆ, ਲੇਕਿਨ ਹਰ ਇੱਕ ਨੂੰ ਪੁੱਛਿਆ। ਬਾਅਦ ਵਿੱਚ ਦੱਸਿਆ ਕਿ ਇਹ ਪਰਮ ਪਿਤਾ ਕਿਰਪਾਲ ਦਾ ਵਾਕ ਸੀਗਾ ਕਿ ਤੇਰੇ ਵਿੱਚੋਂ ਮਹਿਕ ਆਏਗੀ, ਉਹ ਸਮੁੰਦਰ ਟੱਪ ਜਾਏਗੀ। ਇਸ ਵਾਸਤੇ ਇਹ ਸਭ ਨਾਮ ਦੀਆਂ ਰਿਸ਼ਮਾਂ ਹੁੰਦੀਆਂ ਹੈ, ਨਾਮ ਦੀਆਂ ਕਿਰਨਾਂ ਹੁੰਦੀਆਂ ਹੈ। ਇਸ ਵਾਸਤੇ ਸਾਰਾ ਸੰਸਾਰ ਐਸੇ ਬੱਚੇ ਨੂੰ ਦੇਖਣ ਵਾਸਤੇ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਦਾ ਤਜਰਬਾ ਬਿਆਨ ਕਰਦੇ ਹੈ। ਤੁਹਾਨੂੰ ਪਤਾ ਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਉਸ ਵਕਤ ਦੀ ਹਕੂਮਤ ਨੇ, ਸ਼ਰ੍ਹਾ ਦੇ ਕੈਦੀਆਂ ਨੇ ਕੀ ਕੀਤਾ ਸੀਗਾ? ਤੱਤਾ ਰੇਤਾ ਸਿਰ ਵਿੱਚ ਪਵਾਇਆ ਔਰ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਸੀਗਾ। ਉਸ ਮਹਾਤਮਾ ਦਾ ਕੀ ਕਸੂਰ ਸੀਗਾ ਬਈ? ਲੇਕਿਨ ਉਹ ਉਹਦੀ ਇੱਜ਼ਤ ਨੂੰ, ਉਹਦੇ ਮਾਣ ਨੂੰ ਘਟਾ ਨਹੀਂ ਸਕੇ। ਅੱਜ ਕਿੰਨਾ ਅਸੀਂ ਪਿਆਰ ਨਾਲ ਯਾਦ ਕਰਦੇ ਹਾਂ। ਇਸ ਦਾ ਮਤਲਬ ਕੀ ਸੀਗਾ ਕਿ ਉਹਨੇ ਨਾਮ ਜਪਿਆ ਸੀਗਾ, ਉਸਨੇ ਪ੍ਰਭੂ ਦੇ ਗੀਤ ਗਾਏ, ਦੁਨੀਆ ਨੂੰ ਸੱਚ ਦਾ ਉਪਦੇਸ਼ ਦਿੱਤਾ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਆ ਕਿ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਆਪ ਕਹਿਣਗੇ ਜਦ ਤੁਸੀਂ ਨਾਮ ਸ਼ਬਦ ਦੀ ਕਮਾਈ ਕਰੋਗੇ, ਆਪਣੇ ਆਪ ਨੂੰ ਸੁਧਾਰੋਗੇ, ਤੁਹਾਡੀ ਸੰਸਾਰ ਮਹਿਮਾ ਕਰੇਗਾ। ਇੱਕ ਸੰਸਾਰ ਨਹੀਂ, ਜਦ ਤੁਸੀਂ ਦੇਵੀ ਦੇਵਤਿਆਂ ਦੇ ਮਾਰਗ ਵੀ ਦੀ ਜਾਓਗੇ, ਉਹ ਵੀ ਤੁਹਾਨੂੰ ਸਲਾਮਾ ਕਰਨਗੇ, ਜੰਮ ਵੀ ਤੁਹਾਨੂੰ ਸਲਾਮਾ ਕਰਨਗੇ ਕਿ ਬਈ ਇਹ ਮਾਤਲੋਕ ਦੇ ਵਿੱਚੋਂ ਨਾਮ ਜਪ ਕੇ ਆਇਆ ਹੈ ਜੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ 68 ਤੀਰਥ ਹਿੰਦੁਸਤਾਨ ਦੇ ਵਿੱਚ ਆਮ ਲੋਕ ਉਹਨਾਂ ਦੀ ਮਹਿਮਾ ਗਾਉਂਦੇ ਆ ਕਿ ਜਿਹੜਾ ਇਹਨਾਂ ਤੀਰਥਾਂ ਤੇ ਨਾਵੇ ਉਹੀ ਮੁਕਤ ਹੋ ਸਕਦਾ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਆਪਣੇ ਤੇ ਦਇਆ ਕਰੋ ਤੇ ਤੁਹਾਨੂੰ 68 ਤੀਰਥਾਂ ਦਾ ਪੁੰਨ ਮਿਲ ਜਾਏਗਾ। ਜੋ ਆਦਮੀ ਆਪਣੇ ਤੇ ਦਇਆ ਕਰਦਾ ਉਹ ਦੂਸਰੇ ਤੇ ਵੀ ਕਰ ਸਕਦਾ ਹੈ, ਜਿਹੜਾ ਆਪਣੇ ਤੇ ਦਇਆ ਨਹੀਂ ਕਰਦਾ ਉਹ ਦੂਸਰੇ ਤੇ ਕਿਵੇਂ ਕਰ ਸਕਦਾ ਹੈ? ਅਗਰ ਅਸੀਂ ਦਇਆ ਵਿਹੋਣੇ ਹੋਏ ਆ ਤਾਂ ਤੁਹਾਨੂੰ ਪਤਾ ਹੀ ਹੈ ਅਸੀਂ ਦਿਨ ਰਾਤ ਆਪਣੀ ਖੁਰਾਕ ਪਿੱਛੇ ਕਿਵੇਂ ਗਾਈਆਂ ਦੇ, ਬੱਕਰੀਆਂ ਦੇ, ਭੇਡਾਂ ਦੇ ਕਤਲ ਕਰਨ ਲੱਗੇ ਪਏ ਹੈ। ਕਦੇ ਸੋਚਿਆ ਹੈ ਕਿ ਇਹਨਾਂ ਨੂੰ ਵੀ ਤਕਲੀਫ ਹੁੰਦੀ ਹੋਏਗੀ, ਇਹਨਾਂ ਨੂੰ ਵੀ ਪੀੜ ਹੁੰਦੀ ਹੋਏਗੀ, ਲੇਕਿਨ ਅਸੀਂ ਕਹਿੰਦੇ ਆ ਕਿ ਜੀ ਇਹ ਬਣਾਏ ਕਾਹਦੀ ਖਾਤਰ? ਅਗਰ ਕੋਈ ਸਾਥੋਂ ਜ਼ੋਰਾਵਰ ਆਦਮੀ ਆ ਕੇ ਇਹ ਕਵੇ ਵੀ ਤੂੰ ਕਾਹਦੀ ਖਾਤਰ ਬਣਾਇਆ, ਮੈਂ ਤਾਂ ਤੈਨੂੰ ਕਤਲ ਕਰੂੰਗਾ, ਕਿਆ ਅਸੀਂ ਦੁੱਖ ਮਹਿਸੂਸ ਕਰਾਂਗੇ ਜਾਂ ਸੁੱਖ? ਤੁਹਾਨੂੰ ਪਤਾ ਹੈ ਕਿ ਉਹ ਬੱਕਰੀਆਂ ਭੇਡਾਂ ਵਿਚਾਰੀਆਂ ਦੇ ਅਸੀਂ ਵੇਖਦਿਆਂ ਦੇ ਉਹਨਾਂ ਦੇ ਮਾਤਾ ਪਿਤਾ ਦੇ ਉਹਨਾਂ ਦੇ ਬੱਚਿਆਂ ਨੂੰ ਪਕੜ ਲਿਜਾਨੇ ਹੈ, ਉਹ ਅੱਖਾਂ 'ਚੋਂ ਪਾਣੀ ਕੱਢ ਰਹੇ ਹੁੰਦੇ ਆ, ਆਪਣੀ ਬੋਲੀ ਦੱਸ ਰਹੇ ਹੁੰਦੇ ਆ ਵੀ ਸਾਨੂੰ ਦੁੱਖ ਹੈ। ਅਗਰ ਕੋਈ ਸਾਡੇ ਬੱਚੇ ਨੂੰ ਪਕੜ ਕੇ ਲੈ ਜਾਵੇ ਸਾਡੇ ਬੈਠਿਆਂ, ਉਹ ਸਾਨੂੰ ਇਹ ਪਤਾ ਹੋਵੇ ਕਿ ਕਤਲ ਕਰੇਗਾ, ਅਸੀਂ ਬੇਵਸ ਹੋਵਾਂਗੇ, ਆਪਣੇ ਆਪ ਹੀ ਅੱਖਾਂ 'ਚੋਂ ਪਾਣੀ ਜਾਣਿਆ ਸ਼ੁਰੂ ਹੋ ਜਾਵੇਗਾ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ। ਗੁਰੂ ਨਾਨਕ ਸਾਹਿਬ ਨੇ ਪਿਆਰ ਨਾਲ ਸਾਨੂੰ ਸਮਝਾਇਆ ਕਿ ਬਈ ਮੀਟ ਖਾਣਾ, ਸ਼ਰਾਬ ਪੀਣੀ ਮਨਾ ਹੈ। ਲੇਕਿਨ ਜਿਹੜੇ ਲੋਕ ਅੰਨਿਆਂ ਨੇ ਪਿੱਛੋਂ
ਇਤਿਹਾਸ ਲਿਖ ਦਿੱਤੇ। ਜਿਹੜਾ ਕੋਈ ਸੁੱਖਾ ਖਾਂਦਾ ਸੀ ਉਹਨੇ ਸੁੱਖ ਨਿਧਾਨ ਲਿਖ ਦਿੱਤਾ, ਜਿਹੜਾ ਕੋਈ ਮੀਟ ਖਾਂਦਾ ਸੀ ਉਹਨੇ ਮਹਾਂਪ੍ਰਸ਼ਾਦ ਕਰਕੇ ਲਿਖ ਦਿੱਤਾ। ਲੇਕਿਨ ਇਹ ਬੜੀ ਸੋਚ ਸਮਝ ਦੀ ਗੱਲ ਹੈ ਕਿ ਮਹਾਂਪ੍ਰਸ਼ਾਦ ਤਾਂ ਦੇਗ ਨੂੰ ਕਿਹਾ ਗਿਆ ਹੈ। ਆਪ ਬੜੇ ਪਿਆਰ ਨਾਲ ਕਹਿੰਦੇ ਆ ਕਿ ਭਾਈ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਸਵਾਮੀ ਜੀ ਮਹਾਰਾਜ ਵੀ ਕਹਿੰਦੇ ਆ ਆਪਣੇ ਜੀਵ ਕੀ ਦਇਆ ਪਾਲੋ 84 ਦਾ ਫੇਰ ਬਚਾਲੋ। ਨਾਮ ਜਪਣਾ, ਨੇਕ ਪਾਕ ਜੀਵਨ ਬਤੀਤ ਕਰਨਾ ਕੋਈ ਅਸੀਂ ਕਿਸੇ ਦੇ ਜੁਮੇ ਆਸਾਨ ਨਹੀਂ ਕਰਨਾ, ਇਹ ਤਾਂ ਅਸੀਂ ਆਪਣੇ ਤੇ ਦਇਆ ਖੁਦ ਹੀ ਕਰ ਰਹੇ ਹੋਵਾਂਗੇ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ। ਕਬੀਰ ਸਾਹਿਬ ਦੀ ਬਾਣੀ ਹੈ ਕਿ बकरी पाती खात है ताकि काढ़ी खाल, जो बकरी को खाता तिनके कौन हवाल। देखो बकरियां भेडां विचारियां अक टक खांदियां, वो किसी नूं दुख नहीं दिंदियां। जो आदमी कबीर साहब कहंदे एडे गरीब जानवरां नूं भी तंग करदे आ, कहंदे उन्हां दा की हाल होएगा। सो इस वास्ते आ प्यार दे नाल समझाउंदे आ भाई 68 तीर्थ एक पासे, जीव दे उत्ते दया करनी एक पासे है जी। 68 तीरथ सगल पुण्य जी दया परवान। जिसनु देवे दया कर सोई पुरख सुजान। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਇਹ ਸਾਡੇ ਆਪਣੇ ਵਸ ਨਹੀਂ, ਕਿਉਂਕਿ ਨਾਮ ਮੁੱਲ ਨੂੰ ਨਹੀਂ ਮਿਲਦਾ। ਮੁੱਲ ਨੂੰ ਮਿਲਦਾ ਹੁੰਦਾ ਅਮੀਰ ਲੋਕ ਲੈ ਲੈਂਦੇ। ਅਗਰ ਹੰਕਾਰੀਆਂ ਨੂੰ ਮਿਲਦਾ ਹੁੰਦਾ, ਜੋਰਾ ਜਰਬੀਆਂ ਦੇ ਨਾਲ ਮਿਲਦਾ ਹੁੰਦਾ ਤਾਂ ਰਾਜੇ ਮਹਾਰਾਜੇ ਨੂੰ ਪ੍ਰਾਪਤ ਕਰ ਸਕਦੇ ਸੀਗੇ। ਕਹਿਣ ਲੱਗੇ ਨਹੀਂ, ਪਰਮਾਤਮਾ ਜਿਨ੍ਹਾਂ ਦੇ ਉੱਤੇ ਦਇਆ ਕਰੇ, ਮਿਹਰ ਕਰੇ, ਉਹ ਹੀ ਇਸ ਮਾਰਗ ਦੇ ਵਿੱਚ ਆ ਕੇ ਆਪਣਾ ਫਾਇਦਾ ਉਠਾ ਸਕਦੇ ਹੈ। ਆਪ ਕਹਿੰਦੇ ਉਹੀ ਜੀਵ ਨਾਮ ਲੈ ਕੇ ਪਰਮਾਤਮਾ ਨੂੰ ਪ੍ਰਵਾਨ ਹੋ ਸਕਦਾ ਹੈ ਜੀ। ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪ ਨਾਨਕ ਤਿਨ ਕੁਰਬਾਨ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹੈ ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲਿਆ। ਕਿਆ ਹਰ ਇੱਕ ਦਾ ਪ੍ਰਭੂ ਸ਼ਬਦ ਰੂਪ ਹੋ ਕੇ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ, ਲੇਕਿਨ ਉਸ ਪ੍ਰਭੂ ਦੇ ਹੁੰਦਿਆਂ ਕਿਸ ਤਰ੍ਹਾਂ ਅਸੀਂ ਜਿਵੇਂ ਸੂਰਜ ਚੜ੍ਹਿਆ ਹੈ, ਚੋਰੀ ਠੱਗੀ ਜਨਾਹਕਾਰੀਆਂ ਕਰਦੇ ਹਾਂ, ਉਹ ਕਿਸੇ ਨੂੰ ਹਦਾਇਤ ਨਹੀਂ ਕਰਦਾਗਾ। ਇਸੇ ਤਰ੍ਹਾਂ ਉਸ ਪਰਮਾਤਮਾ ਦੇ ਅੰਦਰ ਹੁੰਦਿਆਂ ਹੋਇਆਂ ਸਾਡੀ ਕੀ ਦੁਰਦਸ਼ਾ ਹੈ ਸਾਨੂੰ ਪਤਾ ਹੀ ਹੈ। ਐਵੇਂ ਇੱਕ ਦੂਜੇ ਦਾ ਓਲਾ ਹੁੰਦਾ ਹੈ। ਦੇਖਣ 'ਚ ਲੱਗਦਾ ਕਿ ਫਲਾਣਾ ਆਦਮੀ ਜਾਂ ਫਲਾਣੀ ਸੁਸਾਇਟੀ ਜਿਹੜੀ ਬੜੀ ਸੌਖੀ ਹੈ ਜਾਂ ਇਹ ਬੜਾ ਆਦਮੀ ਸੌਖਾ ਹੈ, ਲੇਕਿਨ ਜਦ ਉਹਨੂੰ ਇਕੱਲੇ ਨੂੰ ਪੁੱਛੀਏ ਕਿਉਂ ਵੀ ਭਰਾਵਾ ਤੂੰ ਸੌਖਾ ਹੈ, ਉਹ ਸਾਰੇ ਦੁੱਖਾਂ ਦਾ ਚਿੱਠਾ ਫਰੋਲ ਕੇ ਅੱਗੇ ਰੱਖ ਦੇਗਾ, ਕਿਤਾਬ ਰੱਖ ਦੇਗਾ। ਪਤਾ ਲੱਗਦਾ ਕਿ ਇਦੋਂ ਔਖਾ ਕਿਹੜਾ ਹੋ ਸਕਦਾ ਹੈ। ਸਹਿਜੋ ਬਾਈ ਕਹਿੰਦੀ ਧਨਵੰਤ ਤੇ ਅਤੀ ਹੀ ਦੁਖੀ, ਨਿਰਧਨ ਦੁੱਖ ਕਾ ਰੂਪ, ਸਾਧ ਸੁਖੀ ਸਹਿਜੋ ਕਹੇ ਜਨ ਪਾਇਆ ਭੇਦ ਅਨੂਪ। ਕਿਸੇ ਨੂੰ ਕਰਜ਼ਾ ਲੈਣ ਦਾ ਦੁੱਖ ਆ, ਕਿਸੇ ਨੂੰ ਦੇਣ ਦਾ ਦੁੱਖ ਹੈ। ਕਬੀਰ ਸਾਹਿਬ ਕਹਿੰਦੇ ਦੇ ਧਰ ਸੁਖੀਆ ਕੋਈ ਨਾ ਦੇਖਿਆ, ਜੋ ਦੇਖਿਆ ਸੋ ਦੁਖੀਆ ਹੈ। ਲੜਕੀ ਪੈਦਾ ਹੁੰਦੀ ਹੈ, ਜਗ੍ਹਾ ਨਹੀਂ ਥਿਉਂਦੀ, ਮਾਪਿਆਂ ਨੂੰ ਪੁੱਛੋ ਦਿਨ ਰਾਤ ਵਿਲਕਦੇ ਫਿਰਦੇ ਆ। ਬੱਚਾ ਪੈਦਾ ਹੋ ਜਾਂਦਾ ਹੈ, ਉਹਦੀ ਪੜ੍ਹਾਈ ਦਾ ਫਿਕਰ ਲੱਗਿਆ ਹੋਇਆ ਹੈ। ਪਰਮਾਤਮਾ ਦੀ ਮਰਜ਼ੀ ਹੋਵੇ ਅਗਰ ਉਹਨੂੰ ਵਾਪਸ ਬੁਲਾ ਲਵੇ ਜਾਂ ਉਹ ਮਾਤਾ ਪਿਤਾ ਦੇ ਕਹੇ ਕਾਰ ਨਾ ਚੱਲੇ, ਸਾਨੂੰ ਪਤਾ ਹੀ ਉਸ ਮਾਤਾ ਪਿਤਾ ਵਾਸਤੇ ਕਿੰਨੀ ਸਮੱਸਿਆ ਬਣ ਜਾਂਦੀ ਹੈ। ਕਿਧਰੇ ਬੇਰੁਜ਼ਗਾਰੀ ਹੈ, ਕਿਧਰੇ ਮੌਤ ਦਾ ਦੁੱਖ ਹੈ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ ਸ਼ਾਦੀ ਨਹੀਂ ਹੁੰਦੀ ਤਾਂ ਵਿਲਕਦੇ ਫਿਰਦੇ ਆ, ਅਗਰ ਬੀਵੀ ਬੱਚਿਆਂ ਦੇ ਨਾਲ ਬੇਇਤਫਾਕੀ ਹੋ ਜਾਵੇ ਫਿਰ ਵੀ ਵਿਲਕਦੇ ਫਿਰਦੇ ਆ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ ਕਿ ਉਹ ਪਰਮਾਤਮਾ ਜਿਹੜਾ ਸਾਡੇ ਅੰਦਰ ਹੈ, ਕਹਿੰਦੇ ਮੈਂ ਉਹਨਾਂ ਤੇ ਕੁਰਬਾਨ ਜਾਣਾ ਹੈ ਜਿਨ੍ਹਾਂ ਨੂੰ ਉਹ ਮਿਲ ਗਿਆ ਹੈ। ਸੰਤ ਮਹਾਤਮਾ ਮਾਲਿਕ ਦੇ ਪਿਆਰੇ, ਉਹ ਸਾਡੇ ਅੰਦਰ ਕੁਛ ਰਗੜ ਕੇ ਨਹੀਂ ਪਾਉਂਦੇ, ਘੋਲ ਕੇ ਨਹੀਂ ਪਾਉਂਦੇਗੇ, ਉਹ ਸਾਡੇ ਪਰਮਾਤਮਾ ਦੇ ਨਾਲ ਹੀ ਉਹ ਜੋੜ ਦਿੰਦੇ ਹੈ। ਜਿਸ ਤਰ੍ਹਾਂ ਇੱਕ ਕਮਰਾ ਹੈ, ਉਹਦੇ ਅੰਦਰ ਬਹੁਤ ਸਾਰੇ ਰੇਡੀਓ ਹੈ, ਬੈਟਰੀਆਂ ਹੈ, ਉਹਨਾਂ ਦਾ ਕਨੈਕਸ਼ਨ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਅਗਰ ਕਿਸੇ ਬੈਟਰੀ ਦੇ ਨਾਲ ਨਾ ਹੋਵੇ ਰੇਡੀਓਆਂ ਦਾ, ਉਹ ਕਿਸੇ ਵੀ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇਗੇ। ਅਗਰ ਕੋਈ ਜਾਣਕਾਰ ਆਦਮੀ ਆ ਕੇ ਉਹਨਾਂ ਦਾ ਕਨੈਕਸ਼ਨ ਉਹਨਾਂ ਬੈਟਰੀਆਂ ਨਾਲ ਕਰ ਦਿੰਦਾ ਹੈ, ਜਿਸ ਮੁਲਕ ਦੀਆਂ ਚਾਹੇ ਖਬਰਾਂ ਸੁਣ ਸਕਦੇ ਹੈ।
ਸੰਤ ਮਹਾਤਮਾ ਦੀ ਬੈਟਰੀ ਉਸ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਉਹਨਾਂ ਨੇ ਆਪਣਾ ਪਰਮਾਤਮਾ ਆਪਣੇ ਅੰਦਰ ਪ੍ਰਗਟ ਕੀਤਾ ਹੁੰਦਾ ਹੈ, ਪਾਇਆ ਹੁੰਦਾ ਹੈ, ਔਰ ਉਹ ਸਾਡੇ ਪਰਮਾਤਮਾ ਦੇ ਨਾਲ ਜੋੜ ਦਿੰਦੇ ਹੈ। ਇਸ ਵਾਸਤੇ ਤੁਸੀਂ ਉਸਤਾਦਾਂ ਤੋਂ, ਵਕੀਲਾਂ ਤੋਂ, ਬੜੇ ਬੜੇ ਮਿਨਿਸਟਰਾਂ ਤੋਂ ਪੁੱਛ ਸਕਦੇ ਹੋ ਕਿ ਤੁਹਾਡੇ ਉਸਤਾਦਾਂ ਨੇ ਤੁਹਾਡੇ ਅੰਦਰ ਕੁਝ ਰਗੜ ਕੇ ਪਾਇਆ ਸੀ ਜਾਂ ਘੋਲ ਕੇ ਪਾਇਆ ਸੀ, ਜਾਂ ਸਕੂਲਾਂ 'ਚ ਉਸਤਾਦਾਂ ਨੇ ਤੁਹਾਨੂੰ ਕੋਈ ਵਿਦਿਆ ਦੀ ਪੰਡ ਦਿੱਤੀ ਸੀਗੀ। ਉਹ ਕਹਿਣਗੇ ਨਹੀਂ, ਉਸਤਾਦਾਂ ਦੀ ਸੋਭਤ ਕੀਤੀ, ਸੁੱਤੀ ਹੋਈ ਵਿਦਿਆ ਉਸਤਾਦਾਂ ਨੇ ਜੁਗਾ ਦਿੱਤੀ। ਇਸੇ ਤਰ੍ਹਾਂ ਜਿਹੜੇ ਉਸਤਾਦਾਂ ਦੇ ਪਾਸ ਸਕੂਲਾਂ 'ਚ ਨਹੀਂ ਗਏ, ਵਿਦਿਆ ਤਾਂ ਉਹਨਾਂ ਬੱਚਿਆਂ ਦੇ ਦਿਮਾਗ 'ਚ ਵੀ ਹੈ, ਪਰ ਉਹ ਸੁੱਤੀ ਆਈ ਸੁੱਤੀ ਚਲੀ ਗਈ, ਉਹਨਾਂ ਨੇ ਉਸ ਵਿਦਿਆ ਤੋਂ ਕੋਈ ਫਾਇਦਾ ਨਾ ਉਠਾਇਆ। ਇਸੇ ਤਰ੍ਹਾਂ ਉਹ ਪਰਮਾਤਮਾ ਤਾਂ ਸਾਡੇ ਅੰਦਰ ਹੈ। ਅਗਰ ਅਸੀਂ ਮਹਾਤਮਾ ਨੂੰ ਮਿਲ ਕੇ ਉਸ ਪਰਮਾਤਮਾ ਨੂੰ ਨਾ ਪ੍ਰਗਟ ਕੀਤਾ, ਜਿਸ ਤਰ੍ਹਾਂ ਕੁੱਤੇ ਬਿੱਲੇ ਪੇਟ ਭਰ ਕੇ ਚਲੇ ਜਾਂਦੇ ਹੈ, ਇਸੇ ਤਰ੍ਹਾਂ ਅਸੀਂ ਚਲੇ ਜਾਂਦੇ ਹਾਂ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਨੇ ਉਹ ਪਰਮਾਤਮਾ ਨੂੰ ਨਹੀਂ ਪਾਇਆ, ਕਹਿੰਦੇ ਸੇ ਪਸ਼ੂਆ ਸੇ ਢੋਰ ਜੀ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਡੀ ਹੈ, ਜਿਨੇ ਪੂਰਾ ਗੁਰ ਮਿਹਰਬਾਨ। ਗੁਰੂ ਸਾਹਿਬ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ, ਮਾਘ ਦੇ ਮਹੀਨੇ ਦੇ ਅੰਦਰ, ਕਿਆ ਇੱਕ ਇੱਕ ਮਹੀਨੇ ਨੂੰ ਮਨੁੱਖ ਜਨਮ ਦੇ ਨਾਲ ਤਸ਼ਬੀਹ ਦੇ ਕੇ ਦੱਸਿਆ ਹੈ। ਆਪ ਕਹਿਣ ਲੱਗੇ ਕਿੱਥੇ ਤੁਹਾਡੀ ਜਾ ਕੇ ਮੁਕਤੀ ਹੋਣੀ ਹੈ, ਕਿਹੜੀ ਗੁਰਮਤ ਹੈ। ਆਪ ਕਹਿੰਦੇ ਆਪਣੀ ਆਤਮਾ ਨੂੰ ਮਨ ਦੇ ਪੰਜੇ ਤੋਂ ਆਜ਼ਾਦ ਕਰਕੇ ਤੁਸੀਂ 10ਵੇਂ ਦੁਆਰ ਦੇ ਵਿੱਚ ਪਹੁੰਚੋ, ਫਿਰ ਤੁਹਾਡੀ ਗੁਰਮਤ ਸ਼ੁਰੂ ਹੋਏਗੀ। ਸੋ ਇਸ ਵਾਸਤੇ ਆਪ ਕਹਿੰਦੇ ਆ ਤੁਹਾਡਾ ਜਿਹੜਾ ਸਫ਼ਰ ਹੈ ਪੈਰਾਂ ਦੇ ਤਾਲੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੈ। ਆਪ ਕਹਿੰਦੇ ਆ ਕਿ ਅਗਰ ਸੱਚਾ ਕੋਈ ਤੀਰਥ ਕਰਨਾ ਹੈ, ਮਹਾਤਮਾ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਹੈ ਤਾਂ ਅੰਦਰ ਜਾਓ। ਇਸ ਵਾਸਤੇ ਇਨਸਾਨ ਦਾ ਜਾਮਾ ਜਿਹੜਾ ਹੈ, ਕਹਿੰਦੇ ਕਿ ਉਹ ਕਦੋਂ ਪ੍ਰਵਾਨ ਹੁੰਦਾ ਹੈ, ਜਦੋਂ ਅਸੀਂ ਉਸ ਪਰਮਾਤਮਾ ਨੂੰ ਪਾ ਲੈਂਦੇ ਹਾਂ। ਇਹ ਮਸਲਾ ਅਸੀਂ ਆਪਣੇ ਆਪ ਹੱਲ ਨਹੀਂ ਕਰ ਸਕਦੇਗੇ ਜਿੰਨਾ ਚਿਰ ਅਸੀਂ ਐਸੇ ਮਹਾਂਪੁਰਸ਼ਾਂ ਕੋਲੇ ਨਹੀਂ ਜਾਂਦੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣਾ ਇਹ ਮਸਲਾ ਹੱਲ ਕੀਤਾ ਹੁੰਦਾ ਹੈ। ਸੋ ਆਪ ਪਿਆਰ ਦੇ ਨਾਲ ਸਮਝਾਉਂਦੇ ਆ, ਅਗਰ ਸਾਨੂੰ ਕੋਈ ਐਸਾ ਗੁਰੂ, ਐਸਾ ਸੰਤ ਮਿਲ ਜਾਵੇ ਜਿਹੜਾ ਖੁਦ ਇਹ ਜ਼ਿੰਦਗੀ ਦੇ ਵਿੱਚ ਮਸਲਾ ਜਿਸ ਨੇ ਹੱਲ ਕੀਤਾ ਹੈ, ਔਰ ਹੋਵੇ ਵੀ ਉਹ ਮਿਹਰਬਾਨ। ਮਿਹਰਬਾਨ ਦਾ ਮਤਲਬ ਕੀ ਹੈ ਕਿ ਜਿਹੜਾ ਸਾਨੂੰ ਆਪਣੀ ਵਸਤੂ ਖੁਸ਼ੀ ਹੋਏ ਕੋ ਦੇ ਕੇ ਦੇਵੇ, ਔਰ ਜਦ ਅਸੀਂ ਨਾਮ ਦੀ ਕਮਾਈ ਕਰੀਏ ਉਹ ਮਿਹਰਬਾਨ ਹੋ ਕੇ ਆਪਣਾ ਰਸਤਾ ਖੋਲ ਦੇਵੇ, ਆਪਣਾ ਦਰਵਾਜ਼ਾ ਖੋਲ ਦੇਵੇ, ਇਹਦਾ ਨਾਮ ਮਿਹਰਬਾਨ ਹੈ। ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਸਾਨੂੰ ਵੀ ਚਾਹੀਦਾ ਹੈ ਐਸੇ ਮਹਾਤਮਾ ਤੋਂ ਅਸੀਂ ਫਾਇਦਾ ਉਠਾਈਏ, ਔਰ ਜੋ ਵੀ ਵਕਤ ਸਾਡੀ ਜ਼ਿੰਦਗੀ ਦਾ ਹੈ ਇਸ ਨੂੰ ਅਸੀਂ ਵਿਸ਼ੇ ਵਕਾਰਾਂ ਦੇ ਵਿੱਚ ਨਾ ਰੋਲੀਏ, ਔਰ ਇਨਸਾਨ ਦੇ ਜਾਮੇ ਦਾ ਫਾਇਦਾ ਉਠਾਈਏ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਡੀ ਹੈ, ਜਿਨ